ਕੁਦਰਤੀ ਤੁਹਾਡੇ ਤੇ ਨਜ਼ਰ ਪੈ ਗਈ ਮੇਰੀ। ਮੈਂ ਤੁਹਾਨੂੰ ਪੁੱਛਿਆ ਕਿੱਥੇ ਹੋ, ਤੁਸੀਂ ਤਾਂ ਸਾਨੂੰ ਆਪਣੇ ਬਾਰੇ ਝੂਠ ਕਹਿ ਕੇ ਬਾਕੀ ਗੱਲਾਂ ਦਾ ਵਿਸ਼ਵਾਸ ਕੀ ਕਰੀ। ਮੈਂ ਤਾਂ ਕਿਹਾ ਵੀ ਮੈਂ ਇੱਥੇ ਹੀ ਹਾਂ ਗੁਰਦੁਆਰੇ। ਤੁਸੀਂ ਨਹੀਂ ਬੋਲਿਆ ਸਰ, ਰਿਕਾਰਡਿੰਗ ਹੈ ਸਾਰੀ। ਅੱਛਾ ਤੁਸੀਂ ਇਸ ਵੇਲੇ ਕਿੱਥੇ ਹੋ ਜੀ? ਹਾਂਜੀ ਤੁਸੀਂ ਇਸ ਵੇਲੇ? ਮੈਂ ਵੀ ਇਸ ਟਾਈਮ ਫਤਿਹਗੜ੍ਹ ਦੇ ਨੇੜੇ ਹੀ ਹਾਂ ਜੀ। ਅੱਛਾ, ਨਹੀਂ ਇੱਥੇ ਆਪਣਾ ਗੁਰਦੁਆਰਾ ਸਾਹਿਬ ਹੀ ਹੋ ਜਾਂ? ਨਹੀਂ, ਮੈਂ ਥੋੜਾ ਸਾਈਡ ਤੇ ਕੰਮ ਆਇਆ ਸੀ ਕਿਸੇ ਤੋਂ। ਤੁਸੀਂ ਸਰ ਝੂਠ ਕਾਹਨੂੰ ਬੋਲੀ ਜਾਂਦੇ ਹੋ ਕਿ ਮੈਂ ਹੈ ਨਹੀਂ ਇੱਥੇ? ਕਹਿ ਰਹੇ ਹੋ ਚੰਡੀਗੜ੍ਹ ਜੀ। ਮੈਂ ਪੱਤਰਕਾਰ ਚੰਡੀਗੜ੍ਹ ਦਾ, ਚੰਡੀਗੜ੍ਹ ਹੀ ਕਹੂੰਗਾ। ਤੁਸੀਂ ਤਾਂ ਸਰੇਆਮ ਮੂੰਹ ਦੇ ਸਾਹਮਣੇ ਝੂਠ ਕਹੀ ਜਾ ਰਹੇ ਹੋ। ਨਿਰਮਲ ਸਿੰਘ ਜੀ, ਮਤਿਆਂ ਦੀ ਕਾਪੀ ਮਿਲ ਸਕਦੀ ਹੈ ਜੀ? ਹਾਂ ਬਿਲਕੁਲ, ਉਹ ਮਟਨ ਦੀ ਕਾਪੀ ਵੀ ਮਿਲ ਜੂਗੀ ਜਿਹੜਾ ਤੁਸੀਂ ਕਹੋਗੇ ਜੀ। ਤੁਸੀਂ ਪਹਿਲਾਂ ਮੈਨੂੰ ਫੋਨ ਤੇ ਕਿਹਾ ਮੈਂ ਦੇ ਦੇਣਾ। ਹਾਂਜੀ, ਫਿਰ ਹੁਣ ਦੀ ਕੀ ਹਰਜ ਹੈ ਜੀ? ਉਹ ਸੰਵਿਧਾਨ ਦੀ ਕਾਪੀ ਕਹਿੰਦਾ ਹੁੰਦੀ ਤੇ ਨਹੀਂ ਮਤਿਆਂ ਦੀ ਵੀ ਤੁਸੀਂ ਬੋਲਿਆ ਮੈਂ ਦੇ ਦੇਣਾ। ਮਤੇ ਦੀ ਹੁਣ ਮੈਨੂੰ ਗੱਲ ਉਹ ਦਿੱਤੀ। ਨਿਰਮਲ ਸਿੰਘ ਜੀ, ਮਤਿਆਂ ਦੀ ਕਾਪੀ ਮਿਲ ਸਕਦੀ ਹੈ ਜੀ? ਹਾਂ ਬਿਲਕੁਲ, ਉਹ ਮਟਨ ਦੀ ਕਾਪੀ ਵੀ ਮਿਲ ਜੂਗੀ ਜਿਹੜਾ ਤੁਸੀਂ ਕਹੋਗੇ ਜੀ। ਤੁਹਾਡੀ ਬੇਨਤੀ ਹੈ, ਵੇਟ ਕਰਨ ਨੂੰ ਕਿਹਾ ਨਾ ਤੁਸੀਂ, ਮੈਂ ਵੇਟ ਕਰ ਲੈਣਾ। ਕਿਆ ਕੈਮਰਾ ਬੰਦ ਕਰਾਵਾਂ? ਤੁਸੀਂ ਸਾਨੂੰ ਬਲੈਕਮੇਲ ਕਰ ਰਹੇ ਹੋ, ਸਾਨੂੰ ਬਲੈਕਮੇਲ ਕਰ ਰਹੇ ਹੋ, ਧੱਕੇ ਮਾਰ ਰਹੇ ਹੋ। ਪਹਿਲਾਂ ਫੋਨ ਤੇ ਤੁਸੀਂ ਕਹਿ ਰਹੇ ਹੋ ਸਾਨੂੰ। ਸਰ ਆਪਣੀ ਘੱਟੋ ਘੱਟ ਤੁਸੀਂ ਮੜੀ ਜੀ ਆਪਣੀ ਜ਼ੁਬਾਨ ਦੀ ਤਾਂ ਤੁਸੀਂ ਉਹ ਰੱਖੋ ਸਰ। ਇਹ ਮੈਂ ਨਹੀਂ ਇਹਦਾ ਕੋਈ ਨਹੀਂ। ਮੈਂ ਉੱਤਰ ਆਇਆ, ਮੈਂ ਆ ਗਿਆ। ਚਲੋ ਉਹ ਛੱਡੋ, ਤੁਸੀਂ ਬੰਦੇ ਦੀ ਦੇ ਦਿਓ। ਮਤਾ ਨਹੀਂ ਜਿਹੜਾ ਤੁਹਾਨੂੰ ਸੰਵਿਧਾਨ ਦੀ ਕਾਪੀ ਹੈਗੀ ਉਹਦੇ। ਸਮਝਦਾ ਤੁਸੀਂ ਮਤੇ ਦੀ ਪਹਿਲਾਂ ਬੋਲੀਏ ਸਾਨੂੰ, ਫਿਰ ਸਾਨੂੰ ਐਂ ਕਰੋ ਮਨਾ ਕਰ ਦਿਓ ਵੀ ਅਸੀਂ ਮਤੇ ਦੀ ਔਨ ਕਰੀਏ। ਅਸੀਂ ਇੱਕ ਪਾਸੇ ਹੋ ਜੀ ਨਾ ਸਰ, ਗੱਲ ਖਤਮ ਹੈ। ਤੁਸੀਂ ਪਹਿਲਾਂ ਹਾਂ ਕਰਤੀ, ਮੈਂ ਉੱਥੇ ਵੀ ਝੂਠਾ ਪਾਊਂਗਾ ਜੀ ਰਿਕਾਰਡਿੰਗ ਦੇ ਵਿੱਚ। ਨਿਰਮਲ ਸਿੰਘ ਜੀ ਸਾਡੇ ਨਾਲ ਹੀ ਨੇ ਇਸ ਵੇਲੇ। ਪਹਿਲਾਂ ਇਹਨਾਂ ਨੇ ਕਿਹਾ ਮਤਿਆਂ ਦੀ ਕਾਪੀ ਮੈਂ ਦਿੰਦਾ ਹੈ ਸਰ, ਹੁਣ ਮਨਾ ਕਰ ਸਰ, ਮਤੇ ਦੀ ਕਾਪੀ ਨਹੀਂ ਦੇਣੀ। ਮਨਾ ਕਰ ਦਿਓ, ਇੱਕ ਪਾਸੇ ਕਰ ਦਿਓ ਮੈਨੂੰ, ਹਾਂ ਕਰ ਦਿਓ ਜਾਂ ਨਾ ਕਰ ਦਿਓ ਸਰ। ਨਾ ਕਰੋ ਸਰ। ਅੱਛਾ, ਬੀਜੇਪੀ ਕਦੋਂ ਜੁਆਇਨ ਕੀਤੀ ਤੁਸੀਂ ਸਰ? ਨਿਰਮਲ ਸਿੰਘ ਜੀ, ਬੀਜੇਪੀ ਤੁਸੀਂ ਕਦੋਂ ਜੁਆਇਨ ਕੀਤੀ ਹੈ? ਉੱਥੇ ਖੁਲਾਸਾ ਹੋਇਆ ਕਿ ਜਿਹੜੀ 29 ਲੱਖ ਰੁਪਏ ਜ਼ਮੀਨ ਖਰੀਦੀ ਗਈ ਹੈ, ਇਹਨੇ ਆਪਣੀ ਜੰਤਰੀ ਜਿਹੜੀ ਟਰਸਟ ਦੀ ਜੰਤਰੀ 60 ਲੱਖ ਰੁਪਏ ਰੇਟ ਲਿਖਤਾ। ਇਸ ਬਾਰੇ ਵੀ ਸਾਡੀ ਗੱਲ ਹੋਈ। ਉਹ ਕਹਿੰਦੇ ਵੀ ਜਿਹੜਾ ਹੁਣ ਸਰਕਾਰੀ ਰੇਟ ਸੀ, ਰਜਿਸਟਰੀ ਤਾਂ ਉਹਦੇ ਹਿਸਾਬ ਨਾਲ ਹੀ ਹੋਣੀ ਸੀ ਜੀ। ਮਤਲਬ ਟਰਸਟ ਨੂੰ ਚੋਰ ਬਣਾਤਾ, ਟੈਕਸ ਚੋਰ ਬਣਾਤਾ। ਹੁਣ ਟੈਕਸ ਚੋਰੀ ਵੀ ਜੇ ਇੱਥੇ ਵੀ ਸੱਚ ਹੋਏ ਤਾਂ ਇਹ ਗੱਲ ਹੋਰ ਹੈ। ਜੇ 29 ਲੱਖ ਦੀ ਜ਼ਮੀਨ ਨੂੰ ਜੰਤਰੀ ਵਿੱਚ 60 ਲੱਖ ਦਿਖਾਤਾ ਤਾਂ ਸਾਲਾਨਾ ਰਿਪੋਰਟ 'ਚ 42 ਲੱਖ ਕਿਵੇਂ ਦਿਖਾਤਾ? ਫਿਰ ਤੀਜਾ ਰੇਟ ਆ ਗਿਆ। ਹੁਣ ਦੱਸੋ ਇੱਥੇ ਕੀ ਕੀਤਾ? ਤੁਹਾਡੇ ਕੋਲ ਕਾਗਜ਼ ਪਏ ਨੇ? ਹਾਂਜੀ ਬਿਲਕੁਲ ਪਏ ਆ, ਤੁਹਾਨੂੰ ਦੰਨਾ ਆਪਣੀ ਸਕਰੀਨ ਤੇ ਕਿਉਂਕਿ ਚਲਾਉਂਗੇ। ਨਿਰਮਲ ਸਿੰਘ ਜੀ ਨਾਲ ਸਾਡੀ ਜਿਹੜੀ ਜਦੋਂ ਗੱਲ ਹੋਈ ਹੈ, ਉਹਨਾਂ ਨੇ ਇਹ ਵੀ ਗੱਲ ਵੀ ਕਹੀ ਹੈ, ਤੁਸੀਂ ਮੈਨੂੰ ਪੁੱਛ ਰਹੇ ਹੋ, ਉਹ 9 ਮਹੀਨੇ ਰਹਿ ਕੇ ਗਿਆ ਹੈ, ਉਹਨੇ ਕਦੇ ਵੀ 1 ਰੁਪਏ ਦਾ ਵੀ ਹਿਸਾਬ ਦਿੱਤਾ ਹੈ? ਅਗਰ ਜੇ ਕੋਈ ਮੇਰੇ ਸਿਰ 10 ਰੁਪਏ ਕੱਢ ਦੇ, ਮੈਂ ਤੁਹਾਡੀ ਪ੍ਰੈਸ ਦੇ ਅੱਗੇ ਮੈਂ ਵਾਅਦਾ ਕਰਦਾ ਜੀ, ਜੇ ਮੇਰੇ ਵੱਲ 10 ਰੁਪਏ ਕੱਢ ਦੇ ਮੈਂ 1 ਲੱਖ ਰੁਪਏ ਦਿਆਂਗਾ ਜੀ। ਇੱਕ ਪਾਸੇ ਇਹਨਾਂ ਦਿਨਾਂ ਦੇ ਵਿੱਚ ਹਿੰਦੂ ਸਿੱਖ ਏਕਤਾ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਤੇ ਦੂਜੇ ਪਾਸੇ ਕਈ ਵਾਰ ਐਸੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਜਿੱਥੇ ਧਾਰਮਿਕ ਸੰਸਥਾਵਾਂ ਦੇ ਵਿੱਚ ਸੰਗਤ ਦੇ ਪੈਸੇ ਦੀ ਦੁਰਵਰਤੋਂ ਦੇ ਇਲਜ਼ਾਮ ਲੱਗਦੇ ਹੋਣ। ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ, ਤੇ ਮੈਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਪਰ ਜਿਹੜਾ ਅੱਜ ਦਾ ਮਾਮਲਾ ਹੈ, ਇਹ ਦੋਵੇਂ ਚੀਜ਼ਾਂ ਦਾ ਇੱਕ ਇਕੱਠਾ ਮਾਮਲਾ ਹੈ, ਕਿਉਂਕਿ ਸੰਗਤ ਦੇ ਪੈਸੇ ਦੀ ਦੁਰਵਰਤੋਂ ਦੇ ਇਲਜ਼ਾਮ ਵੀ ਲੱਗੇ ਨੇ, ਪਰ ਲੱਗੇ ਵੀ ਇੱਕ ਐਸੀ ਸੰਸਥਾ ਦੇ ਨੇ ਜੋ ਪੂਰੇ ਵਿਸ਼ਵ ਦੇ ਵਿੱਚ ਇਕਲੌਤੀ ਹਿੰਦੂ ਸਿੱਖ ਏਕਤਾ ਦੀ ਮਿਸਾਲ ਹੈ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਤਨਾਮ ਸਿੰਘ ਦਾਊਨ ਜੀ ਤੇ ਬਲਬੀਰ ਸਿੰਘ ਚੰਡੀਗੜ੍ਹ ਜੀ, ਜਿਨ੍ਹਾਂ ਵੱਲੋਂ ਸ਼ਿਕਾਇਤ ਵੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ ਕੁਝ ਮਹੀਨੇ ਪਹਿਲਾਂ। ਗੱਲਬਾਤ ਕਰਾਂਗੇ ਤੇ ਪੁੱਛਾਂਗੇ ਮਾਮਲਾ ਕੀ ਹੈ, ਲੇਕਿਨ ਸਭ ਤੋਂ ਪਹਿਲਾਂ ਦਾਊਨ ਸਾਹਿਬ, ਹਿੰਦੂ ਸਿੱਖ ਏਕਤਾ ਦੀ ਇਕਲੌਤੀ ਮਿਸਾਲ ਕਿਵੇਂ, ਕਿਉਂ, ਸੰਸਥਾ ਕਿਹੜੀ ਹੈ, ਇੱਕ ਵਾਰ ਦਰਸ਼ਕਾਂ ਨੂੰ ਜ਼ਰੂਰ ਦੱਸੋ। ਦੇਖੋ, ਪੂਰੀ ਦੁਨੀਆ ਜਾਣਦੀ ਹੈ ਕਿ ਜਦੋਂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਕੈਦ ਕਰ ਲਿਆ ਸੀ ਠੰਡੇ ਬੁਰਜ ਦੇ ਵਿੱਚ, ਉਸ ਤੋਂ ਬਾਅਦ ਉਹਨੂੰ ਸਰਹੰਦ ਦੀ ਨੀਹਾਂ 'ਚ ਚਿਣਿਆ ਗਿਆ। ਉਦੋਂ ਉਹਨਾਂ ਨੇ ਲੰਗਰ ਪਾਣੀ ਛਕਣ ਤੋਂ ਮਨਾ ਕਰਤਾ ਸੀ ਵਿਰੋਧੀਆਂ ਦਾ। ਤਾਂ ਬਾਬਾ ਮੋਤੀ ਰਾਮ ਮਹਿਰਾ ਜੀ ਜਾਨ ਦਾ ਰਿਸਕ ਲੈ ਕੇ ਕਿਸੇ ਤਰੀਕੇ ਨਾਲ ਉਹਨਾਂ ਦੀ ਸੇਵਾ ਕਰਦੇ ਰਹੇ ਆ, ਦੁੱਧ ਪਿਆਉਂਦੇ ਰਹੇ ਆ ਤੇ ਹੋਰ ਲੰਗਰ ਪਾਣੀ ਵੀ ਦਿੱਤਾ ਹੋਏਗਾ। ਤੇ ਬਾਅਦ 'ਚੋਂ ਪਕੜੇ ਗਏ, ਸਾਹਿਬਜ਼ਾਦੇ ਦੀ ਸ਼ਹੀਦੀ ਹੋਈ। ਉਸ ਤੋਂ ਬਾਅਦ ਉਹਨਾਂ ਨੂੰ ਹੁਕਮ ਹੋਇਆ ਵੀ ਜਾਂ ਤਾਂ ਧਰਮ ਬਦਲ ਲਓ, ਮਾਫੀ ਮੰਗ ਲਓ, ਜਾਂ ਫਿਰ ਤੁਹਾਨੂੰ ਕੋਹਲੂ 'ਚ ਪੀੜ ਦਿੱਤਾ ਜਾਏਗਾ। ਬਾਬਾ ਮੋਤੀ ਰਾਮ ਜੀ ਮਹਿਰਾ ਜੀ ਨੇ ਜ਼ੁਲਮ ਦੇ ਖਿਲਾਫ ਸਿਰ ਨਹੀਂ ਝੁਕਾਇਆ, ਕੋਹਲੂ 'ਚ ਪੀੜ ਦੇਣਾ ਮਨਜ਼ੂਰ ਕੀਤਾ। ਪਹਿਲੇ ਬੱਚਿਆਂ ਨੂੰ ਪੀੜਿਆ ਗਿਆ, ਪਤਨੀ ਨੂੰ ਪੀੜਿਆ ਗਿਆ, ਉਹਨਾਂ ਨੂੰ ਪੀੜਿਆ ਗਿਆ, ਤੇ ਉਹਨਾਂ ਨੇ ਕੁਰਬਾਨੀ ਦਿੱਤੀ ਹੈ। ਅੱਜ ਦੇ ਜ਼ਮਾਨੇ 'ਚ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਵੀ ਹੈ ਕਿ ਉਹ ਬਾਬਾ ਮੋਤੀ ਰਾਮ ਜੀ ਮਹਿਰਾ ਜ਼ੁਲਮ ਦੇ ਖਿਲਾਫ ਗੁਰੂ ਸਾਹਿਬ ਦੇ ਹੱਕ 'ਚ ਖੜੇ ਸੀਗੇ, ਤੇ ਉਹਦੇ ਲਈ ਇੱਥੇ ਬਾਬਾ ਮੋਤੀ ਰਾਮ ਮਹਿਰਾ ਟਰਸਟ ਨਾਮ ਦੀ ਇੱਕ ਸੰਸਥਾ ਬਣਾਈ ਹੈ, ਜਿਹੜੀ SGPC ਨੇ ਕਦੇ ਇੱਕ ਬੂੰਗਾ ਬਣਾਉਣ ਵਾਸਤੇ
ਕਿਸੇ ਤਰੀਕੇ ਨਾਲ ਦਾਨ ਦਿੱਤਾ ਸੀ, ਸਮਝੌਤਾ ਕੀਤਾ ਸੀ। ਉੱਥੇ ਗੁਰੂ ਘਰ ਵੀ ਹੈਗਾ। ਉਸ ਗੁਰੂ ਘਰ ਨੂੰ ਚਲਾਉਣ ਵਾਸਤੇ ਇੱਕ NGO ਰਜਿਸਟਰਡ ਹੈ, ਉਹਦਾ ਨਾਮ ਹੈ ਬਾਬਾ ਮੋਤੀ ਰਾਮ ਮਹਿਰਾ ਟਰਸਟ। ਠੀਕ ਹੈ, ਹੁਣ ਅਸੀਂ ਮਸਲੇ ਤੇ ਆ ਗਏ, ਮਾਮਲਾ ਕੀ ਹੈ ਨਾ ਜੀ। ਮਾਮਲਾ ਇਹ ਹੈ ਜੀ, ਸੰਗਤ ਜਿਹੜੀ ਹੈ, ਲੋਕ ਹੈ, ਸ਼ਰਧਾਵਾਨ ਹੈ, ਉਹ 5-5 10-10 ਰੁਪਏ ਦਾਨ ਦਿੰਦੇ ਆ, ਉੱਥੇ ਚੜਾਵਾ ਚੜ੍ਹਦਾ। ਹੁਣ ਕਰਪਸ਼ਨ ਇਹ ਹੈ ਕਿ ਉੱਥੇ ਹਰ 2 ਸਾਲ ਬਾਅਦ ਜਿਹੜੀ ਚੋਣ ਹੁੰਦੀ ਹੈ, ਪਿਛਲੇ 5 ਸਾਲ ਤੋਂ ਨਿਰਮਲ ਸਿੰਘ SS ਨਾਮ ਦਾ ਚੇਅਰਮੈਨ ਜਿਹੜਾ ਉੱਥੇ ਕਾਬਜ ਹੈ, ਉਹਨੂੰ ਚੁਣਿਆ ਸੀ ਕਿਉਂਕਿ ਧਾਰਮਿਕ ਸੰਸਥਾ ਨੂੰ ਲੱਗਦਾ ਵੀ ਠੱਗੀ ਨਹੀਂ ਮਾਰਨੀ, ਬਾਕੀ ਲੋਕਾਂ ਨੂੰ ਲੱਗਦਾ ਸੀ ਇੱਕ ਚੇਅਰਮੈਨ ਚੁਣ ਲਿਆ, ਬਾਕੀ ਇਹਨੂੰ ਕਹਿੰਦਾ ਆਪਣੀ ਮਰਜ਼ੀ ਦੇ ਬੰਦੇ ਲਾ ਲੈ। ਉਹਦੇ ਮਨ 'ਚ ਪਾਪ ਸੀਗਾ, ਉਹਨੇ ਕੁਝ ਪ੍ਰਾਪਰਟੀ ਡੀਲਰ ਟਾਈਪ ਬੰਦੇ ਆਪਣੇ ਨਾਲ ਲਗਾ ਲਏ ਤੇ ਆਪਣਾ ਕੋਰਮ ਪੂਰਾ ਕਰ ਲਿਆ। ਕੋਰਮ ਪੂਰਾ ਕਰਕੇ ਮੁੜ ਕੇ ਇਲੈਕਸ਼ਨ ਨਹੀਂ ਕਰਾਏ, 5 ਸਾਲ ਤੋਂ ਕਬਜ਼ਾ ਕਰ ਗਿਆ। ਲੇਕਿਨ ਸਾਡੀ ਵੀ ਗੱਲ ਹੋਈ ਨਿਰਮਲ ਸਿੰਘ ਜੀ ਦੇ ਨਾਲ, ਉਹਨਾਂ ਨੇ ਕਿਹਾ ਵੀ ਜਦੋਂ ਮੈਨੂੰ ਪ੍ਰਧਾਨ ਬਣਾਇਆ ਹੈ ਜੀ, ਮੈਂ ਆ ਇਲੈਕਸ਼ਨ ਹੋਏ ਨੇ, ਜਦੋਂ ਵੀ ਬਣੇ ਨੇ ਉਹ ਪ੍ਰਧਾਨ, ਉਸ ਤੋਂ ਬਾਅਦ 2 ਸਾਲ ਦਾ ਟਾਈਮ ਕੱਢਿਆ ਤੇ ਉਸ ਤੋਂ ਬਾਅਦ ਕਰੋਨਾ ਆ ਗਿਆ। 2 ਸਾਲ ਕਰੋਨਾ ਦੇ ਵਿੱਚ ਲੰਘ ਗਏ ਜੀ। ਇਹਨਾਂ ਕਰੋਨਾ ਕਾਲ ਦੀ ਜਿਹੜੀ ਉਹ ਗੱਲ ਕਰਦੇ ਝੂਠ ਬੋਲਦੇ ਆ। ਪੰਚਾਇਤੀ ਇਲੈਕਸ਼ਨ ਵੀ ਹੋ ਲੀਆਂ, MLA ਇਲੈਕਸ਼ਨ ਵੀ ਹੋ ਲੀਆਂ, MP ਇਲੈਕਸ਼ਨ ਵੀ ਹੋਈਆਂ, ਦੇਸ਼ ਦੇ ਕੋਨੇ-ਕੋਨੇ 'ਚ ਹੋਈਆਂ। ਇੱਥੇ ਕਿਹੜੇ ਲੱਖਾਂ ਲੋਕ ਇਕੱਠੇ ਕਰਨੇ ਆ? ਤੁਸੀਂ ਆਨਲਾਈਨ ਚੋਣ ਕਰ ਲਓ, ਤੁਸੀਂ ਕੁਝ ਵੀ ਕਰ ਲਓ, ਮਨ 'ਚ ਪਾਪ ਸੀ। ਪਾਪ ਦਾ ਮਤਲਬ ਇਹ ਸੀਗਾ, ਉਹਨੇ ਕੀ ਕੀਤਾ, ਸਗੋਂ ਕਰੋਨਾ ਕਾਲ 'ਚ ਲਾਹਾ ਲਿਆ। ਕਰੋਨਾ ਕਾਲ ਦੀ ਆੜ ਦੇ ਵਿੱਚ ਟਰਸਟ ਦੇ ਨਾਮ ਇੱਕ ਜ਼ਮੀਨ ਖਰੀਦੀ। ਉਹ ਜ਼ਮੀਨ ਹੈਗੀ ਰਜਿਸਟਰੀ 29 ਲੱਖ ਰੁਪਏ ਦੀ। ਇਹਦਾ ਖੁਲਾਸਾ ਕਦੋਂ ਹੋਇਆ? ਅਪ੍ਰੈਲ ਮਈ ਦੇ ਵਿੱਚ ਖੁਲਾਸਾ ਹੋਇਆ। ਉਸ ਤੋਂ ਪਹਿਲੇ ਸਾਨੂੰ ਪਤਾ ਲੱਗ ਗਿਆ ਸੀਗਾ। ਮੈਂ ਤਾਂ ਇੱਕ ਅਲੱਗ NGO ਹੈ, ਸਾਡੀ ਟਰਸਟ ਵਾਲਿਆਂ ਨਾਲ ਗੱਲਬਾਤ ਹੋਈ, ਜਿਹੜੇ ਜਿੱਦਾਂ ਬਲਵੀਰ ਸਿੰਘ ਜੀ ਚੰਡੀਗੜ੍ਹ ਤੇ ਗੱਲ ਦੱਸੀ ਗਈ ਤੇ ਅਸੀਂ ਵਿੱਚੋਂ ਇਨਵੈਸਟੀਗੇਸ਼ਨ ਆਪਣੇ ਲੈਵਲ ਤੇ ਕੀਤੀ ਤੇ ਬਾਅਦ 'ਚ ਇਹਨੇ ਜਦੋਂ ਅਪ੍ਰੈਲ ਦੇ ਵਿੱਚ ਅਪ੍ਰੈਲ ਮਈ 'ਚ ਇਜਲਾਸ ਰੱਖਿਆ, ਆਪਣੇ ਆਪ ਨੂੰ ਇਹਨੇ ਫਿਰ ਚੇਅਰਮੈਨ ਸਥਾਪਿਤ ਕਰਨਾ ਸੀ। ਉੱਥੇ ਫਿਰ ਅਸੀਂ ਜਦੋਂ ਸਵਾਲ ਉਠਾਏ, ਉਸ ਤੋਂ ਪਹਿਲੇ ਇੱਕ WhatsApp ਗਰੁੱਪ ਬਣਾਇਆ ਸੀ ਟਰਸਟ ਵਾਲਿਆਂ ਦਾ, ਉੱਥੇ ਰੌਲਾ ਪਾਇਆ, ਸਾਰੀਆਂ ਗੱਲਾਂ ਬਾਤਾਂ। ਉੱਥੇ ਖੁਲਾਸਾ ਹੋਇਆ ਕਿ ਜਿਹੜੀ 29 ਲੱਖ ਰੁਪਏ ਜ਼ਮੀਨ ਖਰੀਦੀ ਗਈ ਹੈ, ਇਹਨੇ ਆਪਣੀ ਜੰਤਰੀ ਜਿਹੜੀ ਟਰਸਟ ਦੀ ਜੰਤਰੀ 60 ਲੱਖ ਰੁਪਏ ਰੇਟ ਲਿਖਤਾ। ਲੇਕਿਨ ਇਸ ਬਾਰੇ ਵੀ ਸਾਡੀ ਗੱਲ ਹੋਈ, ਉਹ ਕਹਿੰਦੇ ਵੀ ਜਿਹੜਾ ਹੁਣ ਸਰਕਾਰੀ ਰੇਟ ਸੀ, ਜੀ, ਸਰਕਾਰੀ ਰੇਟ ਸੀ, ਰਜਿਸਟਰੀ ਤਾਂ ਉਹਦੇ ਹਿਸਾਬ ਨਾਲ ਹੀ ਹੋਣੀ ਸੀ। ਜੀ, ਮਤਲਬ ਟਰਸਟ ਨੂੰ ਚੋਰ ਬਣਾਤਾ, ਟੈਕਸ ਚੋਰ ਬਣਾਤਾ। ਹੁਣ ਟੈਕਸ ਚੋਰੀ ਵੀ ਜੇ ਇੱਥੇ ਵੀ ਸੱਚ ਹੋਏ ਤਾਂ ਇਹ ਗੱਲ ਹੋਰ ਹੈ। ਜੇ 29 ਲੱਖ ਦੀ ਜ਼ਮੀਨ ਨੂੰ ਜੰਤਰੀ ਵਿੱਚ 60 ਲੱਖ ਦਿਖਾਤਾ ਤਾਂ ਸਾਲਾਨਾ ਰਿਪੋਰਟ 'ਚ 42 ਲੱਖ ਕਿਵੇਂ ਦਿਖਾਤਾ? ਫਿਰ ਤੀਜਾ ਰੇਟ ਆ ਗਿਆ। ਹੁਣ ਦੱਸੋ ਇੱਥੇ ਕੀ ਕੀਤਾ? ਤੁਹਾਡੇ ਕੋਲ ਕਾਗਜ਼ ਪਏ ਨੇ? ਹਾਂਜੀ ਬਿਲਕੁਲ ਪਏ ਆ, ਤੁਹਾਨੂੰ ਦਿੰਦਾ ਆਪਣੀ ਸਕਰੀਨ ਤੇ ਚਲਾਓ। ਤੁਸੀਂ ਸ਼ਿਕਾਇਤ ਦੇ ਨਾਲ ਵੀ ਲਾਏ ਨੇ, ਨੱਥੀ ਕੀਤੇ ਨੇ ਸਾਰੇ ਕਾਗਜ਼? ਬਿਲਕੁਲ ਜੀ। ਚੌਥਾ ਇੱਕ ਹੋਰ ਰੇਟ ਆ ਉਸੇ ਜ਼ਮੀਨ ਦਾ, ਜਿਹੜਾ ਬਿਆਨਾ ਹੈ, ਬਿਆਨਾ ਫੇਕ ਆ ਉਹ। ਬਿਆਨੇ ਦੇ ਵਿੱਚ ਜਿੱਦਾਂ ਜੇ ਕੋਈ ਪੜ੍ਹਿਆ ਲਿਖਿਆ ਬੰਦਾ ਸਮਝੇ, ਬਿਆਨਾ ਹੁੰਦਾ ਕਿ ਮੈਂ 30 ਲੱਖ ਦਾ ਸੌਦਾ ਕੀਤਾ, 15 ਲੱਖ ਅੱਧੇ ਤੇ ਇੰਨੀ ਤਰੀਕ ਨੂੰ ਦਿੱਤੇ ਗਏ। ਇਹਨੇ ਬਿਆਨਾ ਫੇਕ ਆ, ਉਹ 'ਚ ਕੁਝ ਨਹੀਂ ਲਿਖਿਆ ਵੀ ਇਹਦਾ ਅੱਧਾ ਕਿੰਨਾ ਹੈ। 29 ਲੱਖ 'ਚੋਂ 28 ਲੱਖ ਦਾ ਪਹਿਲੇ ਦਿੱਤਾ ਬਿਆਨਾ, 1 ਲੱਖ ਕਹਿੰਦੇ ਰਜਿਸਟਰੀ ਦੇਵਾਂਗੇ। ਇਹ ਬਿਆਨਾ ਇਸ ਤਰੀਕੇ ਨਾਲ ਫੇਕ ਲੱਗਦਾ ਹੈਗਾ। ਉਹ ਸਾਨੂੰ ਪੜ੍ਹ ਕੇ, ਉਸ ਤੋਂ ਇਲਾਵਾ ਜਿਹੜਾ ਬਿਆਨਾ ਹੈਗਾ ਉਹ ਹੈਗਾ 5 ਕਨਾਲ ਦਾ, ਜਿਹੜੀ ਰਜਿਸਟਰੀ ਹੈਗੀ ਹੈ 4 ਕਨਾਲ 15 ਮਰਲੇ ਦੀ। 4 ਰੇਟ ਹੋਰ ਹੋ ਗਏ, ਠੀਕ ਹੈ ਨਾ। ਇਸ ਤਰੀਕੇ ਨਾਲ ਅਲੱਗ-ਅਲੱਗ ਰੇਟ ਦੱਸੇ ਗਏ। ਅਸੀਂ ਫਿਰ ਰੌਲਾ ਪਾਇਆ ਕਿ ਨਹੀਂ ਇਹਦੀ ਚੋਣ ਨਹੀਂ ਹੋਣੀ ਚਾਹੀਦੀ, ਇਹਦਾ ਪਹਿਲੇ ਹਿਸਾਬ ਕਿਤਾਬ ਲਿਓ। ਲੋਕਾਂ ਨੇ ਰੌਲਾ ਪਾਇਆ, ਇਜਲਾਸ ਹੋਇਆ ਨਹੀਂ। ਫਿਰ 2 ਮਿੰਟ ਦਾ ਟਾਈਮ ਦਿੱਤਾ ਇਜਲਾਸ ਨੇ ਇਹਨੂੰ, ਉਹ ਟਾਈਮ ਜੁਲਾਈ 'ਚ ਖਤਮ ਹੋ ਗਿਆ ਕਿ ਹਿਸਾਬ ਕਿਤਾਬ ਦਾ, ਇਹਨੇ ਫਿਰ ਨਹੀਂ ਦਿੱਤਾ। ਫਿਰ ਇਸ ਸੰਸਥਾ ਨਾਲ ਜੁੜੇ ਹੋਏ ਲੋਕਾਂ ਨੇ ਇੱਕ ਪੜਤਾਲ ਕਮੇਟੀ ਬਣਾ ਲਈ। ਮੈਂ ਉਹਦੇ ਵਿੱਚ ਸੀਗਾ ਪਰ ਮੈਂ ਮੈਂਬਰ ਨਹੀਂ ਰਿਹਾ। ਬਲਵੀਰ ਸਿੰਘ ਚੰਡੀਗੜ੍ਹ ਨੂੰ ਮੌਕੀ ਲਗਾਤਾ ਕਿ ਇਨਵੈਸਟੀਗੇਸ਼ਨ ਕਰਨਗੇ। ਇਨਵੈਸਟੀਗੇਸ਼ਨ 'ਚ ਪੜਤਾਲ ਕਮੇਟੀ ਦੇ ਮੈਂਬਰ ਤੁਸੀਂ ਨਹੀਂ ਬਣੇ? ਨਹੀਂ, ਪਰ ਮੈਂ ਪੜਤਾਲ ਕਮੇਟੀ ਬਣਾਉਣ ਦੇ ਵਿੱਚ ਸ਼ਾਮਲ ਸੀ, ਕਿਉਂਕਿ ਮੇਰੇ ਤੇ ਇਲਜ਼ਾਮ ਨਾ ਲਾਇਆ ਜਾਏ ਬੰਦਾ ਬਾਹਰ ਦਾ ਆ ਗਿਆ, ਲੇਟ ਆਇਆ ਮੈਟਰ। ਇਹ ਇਲਜ਼ਾਮ ਤਾਂ ਨਿਰਮਲ ਸਿੰਘ ਜੀ ਨੇ ਇਹ ਵੀ ਲਾਏ ਨੇ, ਕਹਿੰਦੇ ਜੀ ਜਿਹੜੇ ਆਵਾਜ਼ ਚੁੱਕ ਰਹੇ ਨੇ ਜਾਂ ਜਿਨ੍ਹਾਂ ਨੇ ਕੰਪਲੇਂਟ ਵੀ ਪਾਈ ਹੈ, ਕਹਿੰਦੇ ਉਹ ਤਾਂ ਮੈਂਬਰ ਹੀ ਨਹੀਂ ਹੈਗੇ ਸਾਡੇ। ਹਾਂ ਬਿਲਕੁਲ ਜੀ, ਉਹ ਕਹਿ ਸਕਦੇ, ਉਹਨਾਂ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ। ਇਹ 10 ਸਾਲ 15 ਸਾਲ ਇਹ ਫਾਊਂਡਰ ਮੈਂਬਰ ਹੈ। 40 ਸਾਲ ਦੀ ਰਸੀਦਾਂ ਵੀ ਇਹਨਾਂ ਕੋਲ ਜਿਹੜੀਆਂ ਕਟਾਈਆਂ ਹੋਈਆਂ। ਪਿਛਲੀ ਵਾਰੀ ਨਿਰਮਲ ਸਿੰਘ ਨੇ ਲੈਟਰ ਪੈਡ ਤੇ ਲਿਖ ਕੇ ਇਹਨਾਂ ਦੀ ਪ੍ਰਸ਼ੰਸਾ ਕੀਤੀ ਸੀ ਕਿ ਬੰਦਾ ਬੜਾ ਇਮਾਨਦਾਰ ਹੈ, ਇਹਨੇ ਪੁਰਾਣੇ ਘਪਲੇ ਨੂੰ ਉਜਾਗਰ ਕਰਕੇ ਉਹਨੂੰ ਨੱਥ ਪਾਈ ਹੈ। ਉਹ ਮੈਂ ਪੜ੍ਹ ਕੇ ਸੁਣਾ, ਉਹ ਚਲਾ ਨਹੀਂ, ਨਾਲੇ ਵੈਸੇ ਵੀ ਮੇਰੇ ਖਿਆਲ ਦੇ ਵਿੱਚ ਇਹ ਭਾਰਤ ਦੇਸ਼ ਦੇ ਵਿੱਚ ਹੀ ਆਉਂਦਾ ਹੈ ਨਾ, ਪੰਜਾਬ ਦੇ ਵਿੱਚ ਹੀ ਹੈਗਾ ਨਾ ਇਹ। ਨਾਲੇ ਲੋਕਾਂ ਜਿੱਥੇ ਸੰਗਤ ਦਾ ਪੈਸਾ ਜਾਂਦਾ ਹੈ, ਸੰਗਤ ਵਿੱਚ ਕੋਈ ਵੀ ਪੁੱਛ ਸਕਦਾ ਮੈਂਬਰ ਹੋਣਾ ਜ਼ਰੂਰੀ ਹੈ ਕਿ ਜਦੋਂ ਇਹ ਕੋਈ ਵੀ ਆਪਣਾ ਦਸਵੰਧ ਵਿੱਚੋਂ, ਕਿਰਤ ਕਮਾਈ ਵਿੱਚੋਂ ਪੈਸਾ ਉੱਥੇ ਦਿੰਦਾ ਹੈ, ਆਪਣੀ ਨੋਹਾਂ ਦੀ ਕਮਾਈ ਉੱਥੇ ਚੜ੍ਹਦਾ ਹੈ, ਕਿ ਇਹ ਪੁੱਛਦੇ ਨੇ ਤੁਸੀਂ ਮੈਂਬਰ ਹੋ ਤਾਂ ਚਾੜੋ, ਨਹੀਂ ਤਾਂ ਚਾੜੀਓ ਨਾ। ਬਿਲਕੁਲ ਜੀ, ਇਹ ਚੋਰ ਲੋਕ ਇੱਥੇ ਬੈਠੇ ਆ। ਫਿਰ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਚਲੋ ਇਹਨਾਂ 'ਤੇ ਦਬਾਅ ਬਣਾਇਆ ਜਾਵੇ ਕਿਸੇ ਤਰੀਕੇ ਨਾਲ। ਜੁਲਾਈ 'ਚ ਮੈਂ ਆਪਣੇ ਵੱਲੋਂ ਸ਼ਿਕਾਇਤ ਕੀਤੀ। ਜਿਹੜੀ ਪੜਤਾਲ ਕਮੇਟੀ ਦੀ ਰਿਪੋਰਟਾਂ ਹੈ ਉਹ ਤੇ ਅੰਦਰ ਸੰਵਿਧਾਨ ਦੇ ਅੰਦਰ ਸਾਰਾ ਕੁਝ ਕਰਕੇ ਮੈਂ ਖੁਦ CM ਸਾਹਿਬ ਨੂੰ ਤੇ DGP ਸਾਹਿਬ ਨੂੰ ਤੇ SSP ਸਾਹਿਬ ਨੂੰ ਸ਼ਿਕਾਇਤ ਕਰ ਦਿੱਤੀ ਕਿ ਇਹਨੇ ਠੱਗੀ ਮਾਰੀ ਹੈ, ਟਰਸਟ ਨਾਲ ਧੋਖਾਧੜੀ ਕੀਤੀ ਹੈ ਤੇ ਕਾਰਵਾਈ ਕੀਤੀ। ਮੈਨੂੰ ਇਹ ਲੱਗਦਾ ਸੀ ਕਿ ਹੁਣ ਕੋਆਪਰੇਟ ਕਰੇਗਾ ਲੋਕਾਂ ਨੂੰ, ਇਹ ਆਪਸ 'ਚ ਸਮਝੌਤਾ ਕਰ ਲੈਣਗੇ, ਫਿਰ ਨਹੀਂ ਗੱਲ ਹੋਈ। ਪਰ ਉਸ ਤੋਂ 1 ਮਹੀਨੇ ਬਾਅਦ ਫਿਰ ਜਿਹੜੀ ਪੜਤਾਲ ਕਮੇਟੀ ਹੈ, ਲੋਕਾਂ ਨੇ ਜਿਹੜੇ ਬਣਾਈ ਸੀ ਪੜਤਾਲ ਕਮੇਟੀ, ਉਹਨਾਂ ਨੇ
ਨੇ ਫਿਰ ਅਫੀਸ਼ੀਅਲ ਲੈਟਰ ਪੈਡ ਦੇ ਉੱਤੇ ਕੰਪਲੇਂਟ ਕੀਤੀ ਆ। ਪਹਿਲੀ ਕੰਪਲੇਂਟ ਕੀਤੀ ਹੈ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸਾਹਿਬ ਨੂੰ ਕਿ ਇੱਥੇ ਸਾਡੇ ਟਰਸਟ ਨਾਲ ਠੱਗੀ ਮਾਰੀ ਇਸ ਬੰਦੇ ਨੇ, ਇੱਦਾਂ ਦਾ ਜ਼ਮੀਨਾਂ ਦਾ ਘਪਲੇ ਆ, ਗੋਲਕ ਦੇ ਘਪਲੇ ਆ ਤੇ ਹੋਰ ਰਿਕਾਰਡ ਦੇ ਘਪਲੇ ਆ, ਇਹਦੀ ਪੜਤਾਲ ਕੀਤੀ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਉਹ ਇਨਕੁਆਇਰੀ ਲਗਭਗ ਕੰਪਲੀਟ ਹੈ। ਉਹ ਤੁਸੀਂ ਡੀਐਸਪੀ ਸਾਹਿਬ ਗੁਰਬੰਸ ਬੈਨ ਜੀ ਨੂੰ ਪੁੱਛ ਸਕਦੇ। ਫੋਨ ਕੀਤਾ ਸੀ ਮੈਂ, ਉਹਨਾਂ ਨੇ ਚੱਕਿਆ ਨਹੀਂ, ਸ਼ਾਇਦ ਬਿਜ਼ੀ ਨਾ ਹੋਣ ਕਿਤੇ। ਚਲੋ ਕੋਈ ਨਹੀਂ, ਬਾਅਦ 'ਚ ਇਹ ਗੱਲ ਲੱਗੇ ਐਸਐਸਪੀ ਸਾਹਿਬ ਨੂੰ ਪੁੱਛ ਸਕਦੇ। ਦੂਜਾ, ਸਾਨੂੰ ਕਾਨੂੰਨ ਦੀ ਬਹੁਤੀ ਸਮਝ ਹੈ ਨਹੀਂ ਸੀ। ਅਸੀਂ ਡਿਪਟੀ ਕਮਿਸ਼ਨਰ ਇੱਥੇ ਵੀ ਕਰਤਾ ਕਿ ਅੱਗੇ ਸ਼ਹੀਦੀ ਜੋੜ ਮੇਲ ਆ ਰਿਹਾ ਸਾਹਿਬਜ਼ਾਦੇ ਦਾ, ਤੇ ਉੱਥੇ ਕੋਈ ਰੌਲਾ ਰੱਪਾ ਨਾ ਹੋ ਜੇ। ਤੁਸੀਂ ਆਪਣੀ ਨਿਗਰਾਨੀ 'ਚ ਇੱਥੇ ਕੋਈ ਚੋਣ ਕਰਾ ਕੇ ਕਿਸੇ ਤਰੀਕੇ ਨਾਲ ਸਹੀ ਬੰਦੇ ਨੂੰ ਅੱਗੇ ਲਿਆਓ। ਉਹ ਗੱਲ ਹਲੇ ਸਿਰੇ ਨਹੀਂ ਚੜ੍ਹੀ, ਅੰਡਰ ਪ੍ਰੋਸੈਸ ਹੈਗਾ। ਤੇ ਹੁਣ ਸਾਨੂੰ ਲੱਗਿਆ ਕਿ ਇਹ ਜਿਹੜੇ ਬੰਦੇ ਪੁਰਾਣੇ ਘਪਲੇਬਾਜ਼ ਹੈ, ਇਹ ਜਦੋਂ 4-5 ਸਾਲ ਤੋਂ ਘਪਲੇ ਕਰ ਰਹੇ ਆ, ਤਾਂ ਹੁਣ ਸ਼ਹੀਦੀ ਜੋੜ ਮੇਲੇ ਵੀ ਇਹਨਾਂ ਨੂੰ ਗੋਲਕ ਨਜ਼ਰ ਆਉਂਦੀ, ਸ਼ਰਧਾ ਇਹਨਾਂ ਦਾ ਕੋਈ ਮਤਲਬ ਨਹੀਂ ਹੈ। ਤੇ ਜਦੋਂ ਵਿੱਚ ਹੈਰਾਨੀ ਦੀ ਗੱਲ ਇਹ ਹੋਈ, ਆਇਆ ਤਾਂ ਸੇਵਾਦਾਰ ਬਣ ਕੇ ਸੀ ਨਿਰਮਲ ਸਿੰਘ ਐਸਐਸ, ਬਾਅਦ 'ਚ ਫਿਰ ਅਕਾਲੀ ਦਲ ਨੇ ਕਦੇ ਉਹਨੂੰ ਪਛੜੀ ਸ਼੍ਰੇਣੀ ਚੇਅਰਮੈਨ ਵੀ ਲਾਤਾ, ਅਲੱਗ ਗੱਲ ਹੈ। ਹੁਣ ਜਦੋਂ ਉਹਨੂੰ ਪਤਾ ਲੱਗਾ ਮੇਰੇ ਖਿਲਾਫ ਕਾਰਵਾਈ ਹੋਣ ਲੱਗੀ ਹੈ, 1.5 ਮਹੀਨੇ ਪਹਿਲੇ ਬੀਜੇਪੀ ਜੁਆਇਨ ਕਰ ਗਿਆ ਚੰਡੀਗੜ੍ਹ। ਜਿਹੜੇ ਹੁਣ ਇਸ ਟਰਸਟ ਦੇ ਚੇਅਰਪਰਸਨ ਨਿਰਮਲ ਸਿੰਘ ਐਸਐਸ, ਉਹਦਾ ਹੁਣੇ ਤੁਹਾਨੂੰ ਮੈਂ ਭੇਜਦਾ, ਪੈਂਫਲੇਟ ਭੇਜਦਾ, ਦੇਖਿਓ। ਪੰਜਾਬ ਦੀ ਲੀਡਰਸ਼ਿਪ ਨਾਲ ਉਹਦੀ ਫੋਟੋ ਹੈਗੀ ਆ। ਉਹਦੀ ਬੇਟੀ ਕਾਉਂਸਲਰ ਹੈ ਲੁਧਿਆਣੇ ਤੋਂ, ਕਮਲ ਦੇ ਫੁੱਲ ਨਾਲ ਉਹਦੀ ਫੋਟੋ ਹੈਗੀ ਆ। ਉਹਦਾ ਮਕਸਦ ਕੀ ਸੀ ਕਿ ਮੈਂ ਕਬਲਾ ਤਾਂ ਕਰ ਲਿਆ, ਪਰ ਮੈਂ ਛੱਡਣਾ ਹੈ ਨਹੀਂ ਕਬਜ਼ਾ। ਜੇ ਪੰਜਾਬ ਸਰਕਾਰ ਮੇਰੇ ਤੇ ਪ੍ਰੈਸ਼ਰ ਬਣਾਏਗੀ ਤਾਂ ਦਿੱਲੀ ਗਵਰਨਮੈਂਟ ਬੈਠੀ ਹੈ ਮੇਰੇ ਵਾਸਤੇ। ਨਾਲੇ ਇਹ ਜਿਹੜਾ ਰਜਿਸਟਰਡ ਟਰਸਟ ਹੈ, ਰਜਿਸਟਰਡ ਟਰਸਟ ਹੈ ਕੀ ਹੈ, ਕੀ ਯਾਰ ਨਾਮ ਦੇ ਵਿੱਚ ਟਰਸਟ ਲਾਇਆ, ਇਹ ਬੜਾ ਇਹਦਾ ਰੌਲਾ ਹੈ। ਅਸਲ ਵਿੱਚ ਜਦੋਂ ਇਹ ਬਣਿਆ ਸੀ ਲੋਕਾਂ ਨੂੰ ਪਤਾ ਨਹੀਂ ਸੀ, ਬਜ਼ੁਰਗਾਂ ਨੂੰ, ਸਾਡਿਆਂ ਨੂੰ। ਕਿਸੇ ਵਕੀਲ ਕੋਲ ਗਏ ਕਿ ਟਰਸਟ ਰਜਿਸਟਰ ਕਰਨਾ, ਉਹਨੇ ਨਾਮ ਰੱਖਤਾ ਬਾਬਾ ਮੋਤੀ ਰਾਮ ਮਹਿਰਾ ਟਰਸਟ। ਇਹ ਵਧੀਆ ਗੱਲ ਹੋ ਗਈ। ਰਜਿਸਟ੍ਰੇਸ਼ਨ ਹੋਈ ਹੈ ਫਰਮਜ਼ ਐਂਡ ਸੁਸਾਇਟੀਜ਼ ਐਕਟ 1860। ਇਹ ਵਧੀਆ ਗੱਲ ਇਸ ਕਰਕੇ ਹੋ ਗਈ ਕਿ ਜੇ ਟਰਸਟ ਹੁੰਦਾ ਕੋਈ ਮਾਲਕ ਬਣ ਕੇ ਜ਼ਮੀਨ ਵੇਚ ਸਕਦਾ, ਹੁਣ ਇਹ ਵੇਚ ਨਹੀਂ ਸਕਦਾ, ਖਰੀਦ ਸਕਦੇ ਆ। ਮਤਲਬ ਹੈਗੀ ਇੱਕ ਸੰਸਥਾ, ਜਿੱਦਾਂ ਕਲੱਬ ਰਜਿਸਟਰਡ ਹੁੰਦੇ ਪਿੰਡਾਂ ਦੇ, ਜਾਂ ਮੰਦਰ ਰਜਿਸਟਰਡ ਹੁੰਦੇ ਆ, ਕੋਈ ਧਰਮਸ਼ਾਲਾ ਰਜਿਸਟਰਡ ਹੁੰਦੀ ਹੈ, ਐਦਾਂ ਹੀ ਇਹ ਸੰਸਥਾ ਰਜਿਸਟਰਡ ਹੈ ਇੱਕ ਬੁੰਗਾ, ਇੱਕ ਧਰਮਸ਼ਾਲਾ ਜਿਹੜੀ ਮਹਿਰਾ ਬਰਾਦਰੀ ਨੂੰ ਦਿੱਤੀ ਗਈ ਸੀ ਸਿੱਖ ਸੰਗਤ ਵੱਲੋਂ। ਜੀ ਬਲਬੀਰ ਜੀ, ਤੁਸੀਂ ਵੀ ਚੇਅਰਪਰਸਨ ਰਹੇ ਹੋ? ਹਾਂਜੀ, ਮੈਂ ਕਨਵੀਨਰ ਰਿਹਾ ਜੀ। ਮੈਂ ਇੱਥੇ ਕਿੰਨਾ ਟਾਈਮ? ਮੈਂ 6 ਮਹੀਨੇ ਕਨਵੀਨਰ ਰਿਹਾ। ਮਹੀਨੇ, ਕਿਉਂਕਿ ਨਿਰਮਲ ਸਿੰਘ ਜੀ ਨਾਲ ਸਾਡੀ ਜਿਹੜੀ ਜਦੋਂ ਗੱਲ ਹੋਈ ਹੈ, ਉਹਨਾਂ ਨੇ ਇਹ ਵੀ ਗੱਲ ਵੀ ਕਹੀ ਹੈ, ਤੁਸੀਂ ਮੈਨੂੰ ਪੁੱਛ ਰਹੇ ਹੋ, ਉਹ 9 ਮਹੀਨੇ ਰਹਿ ਕੇ ਗਿਆ, ਉਹਨੇ ਕਦੇ ਵੀ 1 ਰੁਪਏ ਦਾ ਵੀ ਹਿਸਾਬ ਦਿੱਤਾ ਹੈ, ਪੁੱਛਿਆ, ਨਾਮ ਨਹੀਂ ਲਿਆ। ਮੇਰੇ ਖਿਆਲ ਤੁਹਾਡੇ ਤੇ ਇਸ਼ਾਰਾ ਹੋਣਾ, ਮੈਨੂੰ ਪਤਾ ਨਹੀਂ, ਕਿਉਂਕਿ ਕੰਪਲੇਂਟ ਦਰਖਾਸਤ ਤੁਸੀਂ ਦਿੱਤੀ ਹੋਈ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਹੈ ਵੀ ਕਿ ਉਹਨਾਂ ਨੇ 1 ਦਿਨ ਦਾ ਵੀ ਕੋਈ ਵੀ ਹਿਸਾਬ ਦਿੱਤਾ ਹੈ ਉਹਨਾਂ ਨੇ? ਮੈਂ ਜੀ ਕੋਈ ਐਂਟਰੀ ਦਿਖਾਈ ਹੋਵੇ? ਮੈਂ ਜੀ ਇੱਥੇ ਜਦੋਂ ਮੈਂ ਕਨਵੀਨਰ ਮੈਨੂੰ ਬਣਾਇਆ, ਪਹਿਲੀ ਗੱਲ ਤੇ ਇਹਨਾਂ ਨੇ ਕਨਵੀਨਰ ਮੈਨੂੰ ਇਹਨਾਂ ਨੇ ਹੀ ਬਣਾਇਆ, ਨਿਰਮਲ ਸਿੰਘ ਹੋਰਾਂ ਨੇ। ਤੁਸੀਂ ਕਿਵੇਂ ਕਹਿ ਸਕਦੇ ਹੋ? ਤੇ ਉਹਨਾਂ ਨੇ ਮੈਨੂੰ ਬਕਾਇਦਾ ਨਾਲ ਲੈਟਰ ਦਿੱਤੇ ਜੀ ਮੈਨੂੰ ਬਣਾਉਣ ਵਾਸਤੇ, ਤੇ ਮੈਨੂੰ ਵੀ ਜੇ ਤੁਸੀਂ ਕਨਵੀਨਰ ਰਹੀ ਬਲਬੀਰ, ਤੁਹਾਡੇ ਕੋਲ ਪਏ ਆ? ਹਾਂਜੀ ਹਾਂ, ਮੇਰੇ ਕੋਲ ਲੈਟਰ ਹੈਗਾ, ਮੈਂ ਤੁਹਾਨੂੰ ਦੇ ਸਕਦਾ। ਉਸ ਤੋਂ ਬਾਅਦ ਇਹ 1 ਜਨਵਰੀ 13 ਨੂੰ ਜਿਹੜਾ ਹੈਗਾ 2013 ਦੇ ਵਿੱਚ, ਸਾਡਾ ਜਿਹੜਾ ਜਨਵਰੀ 13 ਦੇ ਵਿੱਚ ਮੈਂ ਬਣਾਇਆ ਮੈਨੂੰ। ਉਸ ਤੋਂ ਬਾਅਦ ਜਿਹੜਾ ਹੈਗਾ ਮਾਰਚ ਅਪ੍ਰੈਲ ਮਈ ਜੂਨ ਦੇ ਵਿੱਚ ਮੈਂ ਇਹਨਾਂ ਨੂੰ ਜਿਹੜੀ ਹੈਗਾ ਨਾ ਸਾਰੇ ਟਰਸਟ ਦੇ ਟਰਸਟੀਆਂ ਨੂੰ ਚਿੱਠੀਆਂ ਲਿਖ ਕੇ ਬੁਲਾ ਕੇ, ਤੇ ਇੱਥੇ ਜਿਹੜਾ ਹੈਗਾ ਨਾ ਉਹਨਾਂ ਦੇ ਵਿੱਚ ਖਲੋ ਕੇ ਮੈਂ ਕਿਹਾ ਵੀ ਅਸੀਂ 5 ਮੈਂਬਰੀ ਕਮੇਟੀ ਜਿਹੜੀ ਹੈਗੀ ਆ, ਉਹ ਇਹਨੂੰ ਨਾ ਹੁਣ ਪੂਰੀ ਤਰੀਕੇ ਨਾਲ ਸੰਭਾਲ ਨਹੀਂ ਸਕਦੀ। ਇਸ ਕਰਕੇ ਤੁਸੀਂ ਇਹਦੀ ਨਾ 31 ਮੈਂਬਰੀ ਕਮੇਟੀ ਬਣਾਈ ਜਾਵੇ। ਇੱਥੇ ਗੁਰੂ ਘਰ ਦੇ ਵਿੱਚ ਮੈਂ ਇਹਨਾਂ ਦੀ ਗੁਰੂ ਘਰ ਦੀ ਹਜ਼ੂਰੀ ਦੇ ਵਿੱਚ ਮੈਂ ਇਹਨਾਂ ਨੂੰ ਸਾਰਾ ਆਪਣਾ ਰਿਕਾਰਡ ਜਿਹੜਾ ਹੈਗਾ ਉੱਥੇ ਸੌਂਪਿਆ, ਔਰ ਉਹਦੀ ਜਿਹੜੀ ਹੈਗੀ ਇਹਨਾਂ ਨੇ ਜਿਹੜੀ ਕਾਰਵਾਈ ਰਜਿਸਟਰ ਪਾਈ ਆ, ਉਹ ਮੇਰੇ ਕੋਲ ਪਈ ਆ, ਮੈਂ ਤੁਹਾਨੂੰ ਉਹ ਵੀ ਦੇ ਦਾਂਗਾ ਜੀ। ਉਹਦੇ ਵਿੱਚ ਇਹਨਾਂ ਦੇ ਸਾਰਿਆਂ ਦੇ ਸਾਈਨ ਹੈ ਜੀ। ਉਹਦੇ ਵਿੱਚ ਉਹ ਜਿਹੜੀ ਕਾਰਵਾਈ ਵੈਸੀ ਜਿਹੜਾ ਹੈਗਾ ਸਾਰਾ ਰਿਕਾਰਡ ਜਿਹੜਾ ਹੈਗਾ 5 ਮੈਂਬਰੀ ਕਮੇਟੀ ਤੋਂ ਲੈ ਲਿਆ ਹਿਸਾਬ ਕਿਤਾਬ ਅਸੀਂ। तो फिर ये अज जो मेरे ते इल्जाम ला रहे हो तो बिल्कुल बेबुनियाद ਤੁਸੀਂ ਆਪਣੇ ਟੈਨੋਰ ਦੇ ਵਿੱਚ ਕਦੇ ਕੋਈ ਐਂਟਰੀ ਦਿਖਾਈ ਹੈ ਜਾਂ ਕੋਈ ਟਰਾਂਸਪੇਰੈਂਸੀ ਦੇ ਲਈ ਕੁਝ ਵੀ? ਸਾਡੇ ਟਾਈਮ ਇਸ ਤਰ੍ਹਾਂ ਸੀਗਾ ਕਿ ਸਾਰੀ ਗੋਲਕਤਾ ਉਹ ਖਾਲੀ ਕਰ ਗਿਆ ਸੀ ਮੰਗ ਸਿੰਘ ਮਰਿੰਡਾ, ਜਿਸ ਤਰ੍ਹਾਂ ਇਹ ਕਰੀ ਜਾਂਦੇ ਆ ਉਸ ਤਰ੍ਹਾਂ ਉਹ ਕਰ ਗਿਆ ਸੀਗਾ। ਸਾਨੂੰ ਤਾਂ ਅਸੀਂ ਜਿਹੜੀ ਬਿਜਲੀ ਦਾ ਬਿੱਲ ਦੇਣਾ ਉਹ ਜਿਹੜੇ ਸਾਡੇ ਕੋਲ 40,000 ਰੁਪਇਆ ਇਕੱਠਾ ਹੋਇਆ ਉਹਦੇ ਨਾਲ ਅਸੀਂ 40,000 ਰੁਪਏ ਦਾ ਬਿੱਲ ਦੇਤਾ। ਫਿਰ ਸਾਡੇ ਕੋਲ 40,000 ਰੁਪਇਆ ਇਕੱਠਾ ਹੋਇਆ ਤੇ ਜਿਹੜੇ ਹੈਗੇ ਸਾਡੇ ਇਨਵਰਟਰਾਂ ਦੀਆਂ ਬੈਟਰੀ ਖਤਮ ਹੋ ਗਈ ਸੀ, ਉਹ ਫਿਰ ਬੈਟਰੀ ਲਿਆਂਦੇ ਜੀ। ਇਸ ਤਰ੍ਹਾਂ ਕਰਕੇ ਸਾਡੇ ਇੱਥੇ ਬਹਿਣ ਨੂੰ ਦਰੀ ਵੀ ਨਹੀਂ ਸੀਗੀ ਤੇ ਉਹ 14-15,000 ਦੀ ਉਹ ਦਰੀਆਂ ਲਿਆਂਦੀਆਂ। ਇਹ ਕਰਕੇ ਜਿਹੜਾ ਥੋੜ੍ਹੇ ਜਿਹੇ ਪੈਸੇ ਮੇਰੇ ਕੋਲ ਜਿਹੜੇ ਆਏ ਔਰ ਬਾਕੀ ਅਸੀਂ ਪੈਸੇ ਆਪਣੇ ਪੱਲਿਓਂ ਪਾਏ ਜੀ, ਪੱਲਿਓਂ ਪੈਸੇ ਪਾ ਕੇ ਤੇ ਉਹੀ ਪੈਸੇ ਪੂਰੇ ਕਰਦੇ ਸੀ ਕਿ ਸਾਡੇ ਕੋਲ ਪੈਸੇ ਹੀ ਨਹੀਂ ਸੀਗੇ ਜਿਹੜੇ ਅੱਜ ਦਾ ਅਸੀਂ ਉਹ ਕੁਝ ਕਰਨਾ ਹੁੰਦਾ ਜੀ। ਕਿਉਂਕਿ ਪੈਸੇ ਸਾਰੇ ਜਿਹੜੇ ਹੈਗੇ ਆ ਮੰਗ ਸਿੰਘ ਮਰਿੰਡਾ ਜਿਹੜਾ ਪਹਿਲਾਂ ਸਾਬਕਾ ਸੀਗਾ ਚੇਅਰਮੈਨ, ਉਹ ਇਹਦੇ ਵਾਂਗੂ ਉਹ ਕਬਲੇ ਕਰ ਗਿਆ ਸਾਰੇ। ਤੇ ਇਸ ਕਰਕੇ ਬੈਂਕਾਂ ਦੇ ਵਿੱਚ ਪੈਸੇ ਸੀ ਅਸੀਂ ਕਢਾ ਨਹੀਂ ਸਕਦੇ ਸੀ, ਬੈਂਕਾਂ ਦੇ ਵਿੱਚੋਂ ਵੀ ਉਹ ਕਢਾ ਕੇ ਲੈ ਗਿਆ। ਸੋ ਇਸ ਤਰ੍ਹਾਂ ਕਰਕੇ ਇਹ ਮੇਰੇ ਤੇ ਜਿਹੜੇ ਇਲਜ਼ਾਮ ਲੱਗੇ ਜਾਂਦੇ ਆ ਮੇਰਾ ਤਾਂ ਕੋਈ ਵੀ ਨਹੀਂ ਪ੍ਰੂਫ ਜੀ। ਅਗਰ ਜੇ ਕੋਈ ਮੇਰੇ ਸਿਰ 10 ਰੁਪਏ ਕੱਢ ਦੇ, ਮੈਂ ਤੁਹਾਡੀ ਪ੍ਰੈਸ ਦੇ ਅੱਗੇ ਮੈਂ ਵਾਅਦਾ ਕਰਦਾ ਜੀ, ਜੇ ਮੇਰੇ ਵੱਲ 10 ਰੁਪਏ ਕੱਢ ਦੇ ਮੈਂ 1 ਲੱਖ ਰੁਪਇਆ ਦਿਆਂਗਾ ਜੀ। ਚਲੋ
ਬਲਬੀਰ ਸਿੰਘ ਚੰਡੀਗੜ੍ਹ ਜੀ ਨੇ ਤਾਂ ਕਹਿਤਾ ਜੇ ਮੇਰੇ ਵਾਲੇ ਪਾਸ 10 ਰੁਪਏ ਕੱਢੇ ਤਾਂ 1 ਲੱਖ ਰੁਪਇਆ ਬਲਬੀਰ ਸਿੰਘ ਚੰਡੀਗੜ੍ਹ ਜੀ ਦੇਣਗੇ। ਪਰ ਖੈਰ ਇਹਨਾਂ ਤੇ ਵੀ ਇਲਜ਼ਾਮ ਲਾਏ ਨਿਰਮਲ ਸਿੰਘ ਜੀ ਨੇ, ਪਰ ਜਿਹੜੇ ਦਰਖਾਸਤ ਇਹਨਾਂ ਵੱਲੋਂ ਦਿੱਤੀ ਗਈ ਹੈ ਜਾਂ ਜੋ ਇਲਜ਼ਾਮ ਇਹ ਲਗਾ ਰਹੇ ਨੇ ਉਸ ਬਾਬਤ ਅਸੀਂ ਵੀ ਨਿਰਮਲ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ, ਜੋ ਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਟਰਸਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੌਜੂਦਾ ਚੇਅਰਪਰਸਨ ਨੇ। ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਉਹ ਸੁਣੋ। ਲੇਕਿਨ ਮਜ਼ੇਦਾਰ ਗੱਲ ਇਹ ਹੋਈ ਕਿ ਅਸੀਂ ਉੱਥੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਉਹਦੇ ਵਿੱਚ ਹੀ ਪ੍ਰੈਮਿਸਿਸ ਦੇ ਵਿੱਚ ਹੀ ਪਾਰਕਿੰਗ 'ਚ ਖੜ੍ਹੇ ਸੀ ਤੇ ਅਸੀਂ ਜਦੋਂ ਫੋਨ ਕੀਤਾ ਨਿਰਮਲ ਸਿੰਘ ਜੀ ਨੂੰ ਤਾਂ ਗੱਲ ਕੀਤੀ ਤੇ ਅਸੀਂ ਸੋਚਿਆ ਕਿ ਉਹਨਾਂ ਮਿਲ ਵੀ ਲਿਆ ਜਾਵੇ। ਮੈਂ ਪੁੱਛਿਆ ਤੁਸੀਂ ਕਿੱਥੇ ਹੋ, ਤੁਸੀਂ ਗੁਰਦੁਆਰਾ ਸਾਹਿਬ ਹੈਗੇ ਹੋ? ਉਹ ਕਹਿੰਦੇ ਮੈਂ ਗੁਰਦੁਆਰਾ ਸਾਹਿਬ ਹੈ ਹੀ ਨਹੀਂ। ਮੈਂ ਵੀ ਪੁੱਛਿਆ ਕਦੋਂ ਆਉਣਾ ਹੈ, ਤੇ ਤੁਸੀਂ ਸਾਰੀ ਗੱਲਬਾਤ ਸੁਣੋ। ਤੇ ਮਜ਼ੇਦਾਰ ਗੱਲ ਇਹ ਹੋਈ ਹੈ ਕਿ ਕੁਦਰਤੀ ਉਹ ਮੈਨੂੰ ਉਸੇ ਪਾਰਕਿੰਗ 'ਚ ਦਿਖ ਗਏ। ਮੈਂ ਉਹਨਾਂ ਦੇ ਪਿੱਛੇ ਫੋਨ ਤੇ ਗੱਲ ਕਰ ਰਹੇ ਤੇ ਉਹ ਅੱਗੇ ਜਾ ਰਹੇ ਨੇ। ਉਹਨਾਂ ਨੂੰ ਪਤਾ ਨਹੀਂ ਕਿ ਮੈਂ ਪਿੱਛੇ ਹੈਗਾ ਤੇ ਮੈਨੂੰ ਫਿਰ ਵੀ ਝੂਠ ਕੇ ਹੀ ਜਾ ਰਹੇ ਨੇ। ਤੁਸੀਂ ਇੱਕ ਵਾਰ ਉਹ ਗੱਲਬਾਤ ਸੁਣੋ ਤੇ ਉਸ ਤੋਂ ਬਾਅਦ ਜਦੋਂ ਅਸੀਂ ਕੈਮਰਾ ਔਨ ਕਰਕੇ ਸਾਰੀ ਗੱਲ ਕੀਤੀ ਉਹ ਵੀ ਸੁਣੋ। ਅਗਲੀ ਗੱਲ ਫਿਰ ਕਰਾਂਗੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਨਿਰਮਲ ਸਿੰਘ ਜੀ। ਹਾਂਜੀ 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 ਹਾਂ ਸਰ, ਠਾਕੁਰ ਅਮਨਜੀਤ ਸਿੰਘ ਗੱਲ ਕਰ ਰਹੇ ਹਾਂ ਜੀ, ਪੱਤਰਕਾਰ ਚੰਡੀਗੜ੍ਹ ਤੋਂ। ਕੀ ਹਾਲ ਚਾਲ ਹੈ ਸਰ? ਹਾਂਜੀ ਠੀਕ ਹੈ ਜੀ, ਠੀਕ ਹੈ। ਅੱਛਾ ਸਰ, ਇੱਕ ਨਾ ਪ੍ਰੈਸ ਕਾਨਫਰੰਸ ਹੋਈ ਸੀ ਅੱਜ ਤੇ ਉਹਦੇ 'ਚ ਕਾਫੀ ਇਲਜ਼ਾਮ ਲਗਾਏ ਗਏ ਨੇ। ਤੁਸੀਂ ਚੇਅਰਮੈਨ ਹੈਗੇ ਹੋ ਬਾਬਾ ਮੋਤੀ ਰਾਮ ਜੀ ਜਿਹੜਾ ਟਰਸਟ ਹੈਗਾ ਹੈ ਜਾਂ NGO ਜੋ ਵੀ ਹੈ, ਤੇ ਉਹ ਕੀ ਕਹੋਗੇ ਸਰ ਉਹਨਾਂ ਬਾਰੇ? ਇਹ ਤੇ ਸਿਰਫ ਤੇ ਸਿਰਫ ਜਿਹੜੇ ਅੱਜ ਜਿਨ੍ਹਾਂ ਨੇ ਮੀਟਿੰਗ ਕੀਤੀ ਆ ਉਹਨਾਂ ਦਾ ਟਰਸਟ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਟਰਸਟ ਨੂੰ ਗੁੰਮਰਾਹ ਕਰਨ ਵਾਸਤੇ ਨਾ ਉਹਨਾਂ ਨੇ ਮੀਟਿੰਗ ਕੀਤੀ ਆ। ਓਕੇ ਸਰ, ਪਰ ਉਹ ਜਿਹੜੀ ਸਾਡਾ ਇਲੈਕਟਡ ਟਰਸਟ ਆ, 15 ਮੈਂਬਰੀ ਕਮੇਟੀ ਆ ਸਾਡੀ ਬਣੀ ਹੋਈ ਜੀ। 15 ਮੈਂਬਰ ਜਿਹੜੇ ਕਮੇਟੀ ਦੇ ਜਿਹੜੇ ਕਾਰਜਕਾਰੀ ਮੈਂਬਰ ਨੇ ਕੰਮ ਕਰਨ ਵਾਲੇ 15 ਨੇ ਜੀ। ਸਰ ਇਹ ਕਦੋਂ ਬਣਿਆ ਸੀ ਟਰਸਟ? ਟਰਸਟ ਤੇ ਬਹੁਤ ਦੇਰ ਦਾ ਬਣਿਆ ਹੋਇਆ, ਪਰ ਸਾਨੂੰ 4 ਸਾਲ ਹੋ ਗਏ ਆ ਜੀ। ਟਰਸਟ ਤੇ ਬਹੁਤ ਪਹਿਲਾਂ ਚੇਅਰਮੈਨ ਰਹੇ ਨੇ ਜੀ। ਓਕੇ, ਇਸ ਟਰਸਟ ਦੀ ਸੰਵਿਧਾਨ ਟਰਸਟ ਦਾ ਕੋਈ ਤੁਸੀਂ ਰੱਖਿਆ ਹੋਣਾ ਸੰਵਿਧਾਨ ਦੀ ਕਾਪੀ ਹੈਗੀ ਹੈ ਜੀ? ਨਹੀਂ, ਇਸ ਟਾਈਮ ਤਾਂ ਨਹੀਂ ਸੰਵਿਧਾਨ ਦੀ ਕਾਪੀ ਹੈਗੀ। ਸੰਵਿਧਾਨ ਬਣਿਆ ਹੋਇਆ ਜੀ, ਸਾਡਾ ਸੰਵਿਧਾਨ ਵੀ ਬਣਿਆ, ਪਰ ਕਰੋਨਾ ਕਾਲ ਕਰਕੇ ਇਲੈਕਸ਼ਨ ਨਹੀਂ ਸੀ ਹੋਈ। ਪਿੱਛੋਂ ਹੁਣ ਮਈ ਤੋਂ ਇਲੈਕਸ਼ਨ ਰੱਖੀ ਸੀ, ਜਿਨ੍ਹਾਂ ਨੇ ਉਦੋਂ ਦਾ ਰੌਲਾ ਪਾ ਲਿਆ, ਇਲੈਕਸ਼ਨ ਨਹੀਂ ਕਰਾ ਸਕੇ ਜੀ। ਹੁਣ ਵੀ ਅਸੀਂ ਪ੍ਰਸ਼ਾਸਨ ਨੂੰ ਇਹਨਾਂ ਨੇ ਦਰਖਾਸਤਾਂ ਦਿੱਤੀਆਂ ਨੇ, ਉਹਨਾਂ ਦੇ ਕੋਲੋਂ ਚੱਲਦੀ ਪਈ ਹੈ ਇਨਕੁਆਇਰੀ। ਹਾਂਜੀ ਕੰਪਲੇਂਟਾਂ ਗਈਆਂ ਹੋਈਆਂ ਮੇਰੇ ਖਿਆਲ ਤੁਹਾਡੇ ਖਿਲਾਫ ਨਾ। ਤੇ ਅੱਛਾ, ਇਲੈਕਸ਼ਨ ਵੈਸੇ ਨਾਰਮਲੀ ਕਿੰਨੇ ਟਾਈਮ ਬਾਅਦ ਹੁੰਦੇ ਨੇ ਨਿਰਮਲ ਸਿੰਘ ਜੀ? 2 ਸਾਲ ਬਾਅਦ ਹੁੰਦੇ ਆ ਜੀ। ਤੇ ਲਾਸਟ ਇਲੈਕਸ਼ਨ ਕਦੋਂ ਹੋਇਆ ਸੀ? ਹੁਣ ਲਾਸਟ ਦੱਸਿਆ ਨਾ, ਕਰੋਨਾ ਕਾਲ ਕਰਕੇ ਨਾ 2 ਸਾਲ ਇਲੈਕਸ਼ਨ ਨਹੀਂ ਹੋ ਸਕਿਆ ਜੀ। ਨਹੀਂ, ਲਾਸਟ ਹੋਇਆ ਕਦੋਂ ਸੀ ਸਰ? ਲਾਸਟ ਤੇ ਹੁਣ ਉਹੀ ਗਏ 4 ਸਾਲ ਹੋਣ ਵਾਲੇ ਇਲੈਕਸ਼ਨ ਹੋਈ ਨਹੀਂ ਜੀ। 4 ਸਾਲ ਤੇ ਸਰ 4 ਸਾਲ ਤੇ ਹੁਣ ਤੱਕ ਕਰੋਨਾ ਗਏ ਨੂੰ ਕਪੜੇ ਹੋ ਗਿਆ ਜੀ। ਫਿਰ ਅਸੀਂ ਤਾਂ ਮਈ ਦੇ ਵਿੱਚ ਸ਼ੁਰੂ ਕਰਤਾ ਸੀ, ਉਦੋਂ ਤੋਂ ਪਹਿਲਾਂ ਸ਼ੁਰੂ ਕੀਤਾ ਸੀ, ਉਦੋਂ ਇਹਨਾਂ ਨੇ ਰੌਲਾ ਪਾ ਲਿਆ ਜੀ। ਤੇ ਜ਼ਮੀਨ ਦਾ ਵੀ ਕੋਈ ਰੌਲਾ, ਕਹਿੰਦੇ ਜੀ 60 ਲੱਖ ਦੀ ਜ਼ਮੀਨ ਸੀ, 29 ਲੱਖ ਦੀ ਰਜਿਸਟਰੀ ਸ਼ੋਅ ਕੀਤੀ ਗਈ ਹੈ। ਜ਼ਮੀਨ ਦਾ ਤੇ ਇਹੀ ਹੈ ਜੀ, ਜਿਹੜਾ ਬਜ਼ਾਰੂ ਰੇਟ ਤੇ ਜ਼ਮੀਨ ਖਰੀਦੀ ਗਈ ਆ, ਜਿਹੜਾ ਸਰਕਾਰੀ ਰੇਟ ਜੀ ਉਹਦੇ ਹਿਸਾਬ ਨਾਲ ਰਜਿਸਟਰੀ ਹੋਈ ਹੈ ਜੀ। ਇਹੀ ਜੀ ਲਈ 60 ਲੱਖ ਦੀ ਗਈ ਆ ਉਹ? ਨਹੀਂ, ਉਹ ਮੌਕੇ ਤੇ ਖਰੀਦੀ ਸੀਗੀ, ਜਿੰਨੀ ਮੌਕੇ ਤੇ 4 ਕਨਾਲ 15.25 ਮਰਲੇ ਰਜਿਸਟਰੀ ਖਰੀਦੀ ਹੈ ਜੀ। 94,000 ਪਰ ਵਿਸਵੇ ਦੇ ਹਿਸਾਬ ਨਾਲ ਰਜਿਸਟਰੀ ਜਗ੍ਹਾ ਖਰੀਦੀ, ਉਹਦੇ ਹਿਸਾਬ ਨਾਲ ਜੀ ਉਹਨਾਂ ਕਬਜ਼ਾ ਮਿਲਿਆ, ਉਹਨੂੰ ਜਗ੍ਹਾ ਵਾ ਜੀ। ਜੀ ਉਹਦੇ ਸਾਰੇ ਮਤੇ ਪੈ ਕੇ ਸਾਡੀ ਰਜਿਸਟਰਡ ਬਾਡੀ ਆ ਜੀ। ਫਿਰ ਮਤਿਆਂ ਦੇ ਮਤੇ ਪੈਂਦੇ ਆ ਜੀ, ਮਤਾ ਪਾ ਕੇ ਸਾਰਾ ਕੰਮ ਜਿਹੜਾ ਹੁੰਦਾ ਉਹ ਲੀਗਲ ਕੰਮ ਜਿਹੜੇ ਹਿਸਾਬ ਨਾਲ ਹੋਇਆ ਉਹ ਕਰਾਇਆ ਜੀ। ਨਿਰਮਲ ਸਿੰਘ ਜੀ, ਮਤਿਆਂ ਦੀ ਕਾਪੀ ਮਿਲ ਸਕਦੀ ਹੈ ਜੀ? ਹਾਂ ਬਿਲਕੁਲ, ਉਹ ਮਤਿਆਂ ਦੀ ਕਾਪੀ ਵੀ ਮਿਲ ਜੂਗੀ ਜਿਹੜਾ ਤੁਸੀਂ ਕਹੋਗੇ ਜੀ। ਹਾਂਜੀ, ਮਤਿਆਂ ਦੀ ਕਾਪੀ ਤੇ ਮੈਨੂੰ WhatsApp ਕਰ ਦੇਣਾ, ਮੈਂ ਵਿੱਚ ਲਾ ਦਾਂਗਾ ਜੀ ਖਬਰ ਦੇ ਨਾਲ। ਤੁਹਾਡਾ ਪੱਖ ਲਾਉਣਾ ਹੈ ਤੇ ਖਬਰ ਦੇ ਨਾਲ ਮੈਂ ਤੁਹਾਡਾ ਇਹ ਜਿਹੜੇ ਮਤਿਆਂ ਦੀ ਕਾਪੀ ਹੈ ਉਹ ਵੀ ਨਾਲ ਲਾ ਦਾਂਗਾ ਜੀ। ਮੈਂ ਕਿਹੜਾ ਮਤੇ ਦੀ ਤੁਸੀਂ ਕਾਪੀ ਚਾਹੁੰਦੇ ਜੀ? ਹੁਣ ਮੈਨੂੰ ਜਿਹੜੇ ਇੱਕ ਤਾਂ ਤੁਹਾਡੇ ਜਿਹੜਾ ਇਹ ਜ਼ਮੀਨ ਵਾਲਾ ਸੀਗਾ, ਹਾਂਜੀ ਹਾਂ, ਇੱਕ ਤਾਂ ਉਹਦਾ ਮਤਾ ਹੋ ਗਿਆ। ਹਾਂਜੀ ਤੇ ਉਸ ਤੋਂ ਇਲਾਵਾ ਜਿਹੜਾ ਕੈਸ਼ ਕਢਾਉਣ ਦੀ ਜਿਹੜੀ ਸੀਗੀ ਉਹ ਵੀ ਕੋਈ ਮਤਾ ਪਿਆ ਹੋਣਾ ਵੀ ਕੈਸ਼ ਕਢਾ ਲਓ ਇੰਨਾ? ਉਹ ਮਤਾ ਪਿਆ ਹੁੰਦਾ ਜੀ, ਮਤਾ ਪਿਆ ਹੁੰਦਾ। ਹਾਂਜੀ ਉਹ ਤੇ ਫਿਰ ਇਨਕੁਆਇਰੀ, ਮੇਰੀ ਗੱਲ ਸੁਣ ਲਿਓ ਜੀ ਸਰ, ਉਹ ਇਨਕੁਆਇਰੀ ਚੱਲਦੀ ਆ। ਉਹ ਜਿਹਦੇ ਕੋਲ ਜ਼ਮੀਨ ਖਰੀਦੀ ਆ ਜੀ, DSP ਸਾਹਿਬ ਨੇ ਉਹਨਾਂ ਨੂੰ ਵੀ ਬੁਲਾਇਆ, ਸਾਰੇ ਨੂੰ ਬੁਲਾਇਆ ਹੋਇਆ, ਇਨਕੁਆਇਰੀ ਚੱਲ ਰਹੀ ਹੈ। ਹਾਂਜੀ, ਚੰਗੀ ਗੱਲ ਹੈ ਜੀ, ਪੁਲਿਸ ਕਰੇ ਇਨਕੁਆਇਰੀ। ਲੇਕਿਨ ਉਹ ਮਤੇ ਦੀ ਕਾਪੀ ਤੁਸੀਂ ਕਹਿ ਰਹੇ ਹੈਗੀ ਮਤਿਆਂ ਦੀ, ਮੈਨੂੰ ਭੇਜ ਦਿਓ ਜੀ, ਉਹ ਵਧੀਆ ਖਬਰ ਆਪਾਂ ਲਾ ਦਾਂਗੇ ਨਾ ਖਬਰ ਦੇ ਵਿੱਚ। ਹਾਂਜੀ, ਤੇ ਆਪਣੇ ਸੰਵਿਧਾਨ ਸਰ, ਟਰਸਟ ਦਾ ਤੁਹਾਡਾ ਕੋਈ ਲੀਗਲ ਡਾਕੂਮੈਂਟ ਹੈਗਾ ਜੀ ਟਰਸਟ ਦਾ? ਲੀਗਲ ਡਾਕੂਮੈਂਟ ਕਿੱਦਾਂ ਮਤਲਬ ਜੀ? ਮੈਂ ਕਿ ਟਰਸਟ ਬਣਿਆ ਹੋਇਆ ਹੈ, ਉਸ ਚੀਜ਼ ਦਾ ਕੋਈ ਲੀਗਲ ਡਾਕੂਮੈਂਟ ਹੈਗਾ ਤੁਹਾਡੇ ਕੋਲ?
ਨਹੀਂ ਅਸਲ ਵਿੱਚ ਕੀ ਆ, ਜਿਹੜੇ ਇਲਜ਼ਾਮ ਲਾ ਰਹੇ ਨੇ ਜੀ, ਜੀ 4 ਸਾਲ 2010 ਵਿੱਚ ਇਹਨਾਂ ਦੀ ਉੱਥੇ ਸੀਗੇ ਇੱਥੋਂ ਦੇ ਚੇਅਰਮੈਨ ਜੀ ਮੰਗਤ ਸਿੰਘ ਜੀ। ਜੀ ਮੰਗਤ ਸਿੰਘ ਦੇ ਨਾਲ ਇਹ ਸੀਨੀਅਰ ਮੀਤ ਪ੍ਰਧਾਨ ਸੀ, ਜਿਹਨੇ 3-4 ਬੰਦੇ ਨੇ, ਸਾਰੇ ਉਸੇ ਟੀਮ ਦੇ ਬੰਦੇ ਨੇ। ਜੀ 8-9 ਮਹੀਨੇ ਜਿਹੜਾ ਬਲਬੀਰ ਸਿੰਘ ਚੰਡੀਗੜ੍ਹ ਆ, ਇਹਨੇ ਵੀ ਇੱਥੇ ਕਨਵੀਨਰ ਰਿਹਾ। ਹਾਂਜੀ ਇਹਨਾਂ ਦਾ ਆਪਣੇ ਟਰਮ ਦੇ ਵਿੱਚ ਇੱਕ ਵੀ ਟ੍ਰਾਂਜੈਕਸ਼ਨ ਜਿਹੜੀ ਇਹਨਾਂ ਦੇ ਪੈਸੇ ਦੀ ਨਹੀਂ ਦਿੱਤੀ, ਨਾ ਕੋਈ ਇਹਨਾਂ ਨੇ ਦੱਸਿਆ। ਸਿਰਫ ਜਦੋਂ ਅਸੀਂ ਇਹਨਾਂ ਨੂੰ ਉਹ ਪੁੱਛਦੇ ਹਾਂ, ਉਹਦੇ ਕਰਕੇ ਇਲਜ਼ਾਮਬਾਜ਼ੀ ਵਾਲੇ ਪਾਸੇ ਆ ਜਾਂਦੇ ਨੇ। ਜੀ 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 ਸਰ, ਲੇਕਿਨ ਜੇ ਇੰਨੇ ਇਲਜ਼ਾਮ ਲੱਗਦੇ ਪਏ ਹੈ, ਤੁਸੀਂ ਤੁਹਾਨੂੰ ਲੱਗਿਆ ਨਹੀਂ ਵੀ ਹਾਂ ਮੈਂ ਕੁਰਸੀ ਛੱਡਦਾ? ਨਹੀਂ, ਇਲਜ਼ਾਮ ਜੇ ਝੂਠੇ ਤੇ ਕੋਈ ਲਾਈ ਜਾਵੇ, ਸੱਚਾਈ ਤਾਂ ਹੋਣੀ ਚਾਹੀਦੀ ਨਾ ਕੋਈ। ਹਾਂਜੀ 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 ਸੱਚਾਈ ਵੀ ਤੇ ਕੋਈ ਹੋਵੇ ਤੇ ਸੱਚੇ ਇਲਜ਼ਾਮ ਲਾਉਗੇ। ਤੇ ਜੇ ਮੇਰੇ ਤੇ ਕੋਈ ਇਲਜ਼ਾਮ ਸਾਬਤ ਹੋਊਗਾ ਤੇ ਮੈਨੂੰ ਸਜ਼ਾ ਨਹੀਂ ਹੋਊਗੀ ਜੀ। ਹਾਂਜੀ ਜੇ ਮੇਰੇ ਤੇ ਕੋਈ ਇਲਜ਼ਾਮ ਸਾਬਤ ਹੋਊਗਾ, ਮੈਨੂੰ ਸਜ਼ਾ ਵੀ ਹੋਊਗੀ। ਹਾਂਜੀ 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 ਨਹੀਂ ਉਹ ਤਾਂ ਠੀਕ ਹੈ। ਮੈਂ ਕਿਹਾ ਜੇ ਰੌਲਾ ਹੀ ਪੈਂਦਾ ਪਿਆ ਹੈ, ਜੇ ਇਹਦੇ ਚੱਕਰ 'ਚ ਹੈਗਾ, ਤੁਸੀਂ ਮਤਲਬ ਨੈਤਿਕਤਾ ਦੇ ਹਿਸਾਬ ਨਾਲ ਤਾਂ ਛੱਡ ਦੇਣਾ ਚਾਹੀਦਾ ਸੀ। ਉਹ ਤੇ ਦੱਸਿਆ ਤੁਹਾਨੂੰ ਵੀ ਇਲੈਕਸ਼ਨ ਕਰਾਉਣ ਨੂੰ ਸੀ, ਇਹ ਮਨਾ ਕਰਦੇ ਵੀ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਜੀ। ਜੀ ਅਸੀਂ ਤਾਂ ਇਲੈਕਸ਼ਨ ਕਰਾਉਣ ਨੂੰ ਤਿਆਰ ਹਾਂ ਜੀ। ਹੋਰ ਦੱਸੋ। ਹਾਂਜੀ ਹਾਂਜੀ ਸਰ, ਤੁਸੀਂ ਇਸ ਵੇਲੇ ਕਿੱਥੇ ਹੋ ਜੀ? ਹਾਂਜੀ, ਤੁਸੀਂ ਇਸ ਵੇਲੇ? ਮੈਂ ਵੀ ਇਸ ਟਾਈਮ ਫਤਿਹਗੜ੍ਹ ਦੇ ਨੇੜੇ ਹੀ ਹਾਂ ਜੀ। ਅੱਛਾ, ਨਹੀਂ ਇੱਥੇ ਆਪਣਾ ਗੁਰਦੁਆਰਾ ਸਾਹਿਬ ਹੀ ਹੋ ਜਾਂ? ਨਹੀਂ, ਮੈਂ ਥੋੜਾ ਸਾਈਡ ਤੇ ਕੰਮ ਆਇਆ ਸੀ ਕਿਸੇ ਤੋਂ। ਅੱਛਾ ਅੱਛਾ, ਤੇ ਕਦੋਂ ਤੱਕ ਆਉਣਾ ਤੁਸੀਂ ਸਰ ਮੁੜ ਕੇ? ਕੋਈ ਨਹੀਂ, ਤੁਸੀਂ ਦੱਸੋ, ਮੈਂ ਫੋਨ ਕਰ ਦਿੰਦਾ ਤੁਹਾਨੂੰ। ਓਕੇ, ਨਹੀਂ ਆਪਾਂ ਉਹੀ ਸੰਵਿਧਾਨ ਦੀ ਕਾਪੀ ਵਗੈਰਾ ਜੇ ਮਿਲ ਜਾਂਦੀ ਉਹ ਇਹਨਾਂ ਕੋਲੋਂ ਹੈਗੀ ਹੈ, ਜਿਨ੍ਹਾਂ ਨੇ ਕੀਤਾ, ਇਹਨਾਂ ਨੇ ਸਾਰੀ 5 ਮਿੰਟ ਤੇ ਪਾਈ ਹੋਈ ਹੈ ਸਾਰੀ ਸੰਵਿਧਾਨ ਦੀ। ਤੁਸੀਂ ਗੁਰਦੁਆਰਾ ਸਾਹਿਬ ਕਦੋਂ ਆਉਣਾ ਹੈ? ਮੈਂ ਤੁਹਾਨੂੰ ਫੋਨ ਕਰ ਦੂੰਗਾ ਜੀ। ਅੱਛਾ ਸਰ, ਅਸੀਂ ਗੁਰਦੁਆਰਾ ਸਾਹਿਬ ਹੀ ਖੜੇ ਹਾਂ ਇਸ ਵੇਲੇ, ਤੇ ਮੈਂ ਤੁਸੀਂ? ਤੁਹਾਨੂੰ ਫੋਨ ਕਰ ਦੂੰਗਾ ਜੀ। ਨਹੀਂ, ਗੁਰਦੁਆਰਾ ਸਾਹਿਬ ਹੀ ਮੈਂ ਕਿਹਾ ਅਸੀਂ ਹੈਗੇ ਆ, ਵੀ ਤੁਸੀਂ ਝੂਠ ਕਿਉਂ ਬੋਲ ਰਹੇ ਹੋ? ਗੁਰਦੁਆਰਾ ਸਾਹਿਬ ਹੈ ਨਹੀਂ। ਮੈਂ ਤੁਸੀਂ ਚੰਡੀਗੜ੍ਹ ਕਹਿ ਰਹੇ ਹੋ ਨਾ, ਮੈਂ ਚੰਡੀਗੜ੍ਹ ਹਾਂ ਜੀ। ਨਹੀਂ, ਮੈਂ ਚੰਡੀਗੜ੍ਹ ਤੋਂ ਹਾਂ ਵੈਸੇ। ਹਾਂ, ਤੁਸੀਂ ਵੀ ਕਹਿ ਰਹੇ ਹੋ ਨਾ ਚੰਡੀਗੜ੍ਹ, ਮੈਂ ਬੋਲਦਾ ਨਹੀਂ, ਜੀ। ਮੈਂ ਤਾਂ ਵੈਸੇ ਚੰਡੀਗੜ੍ਹ ਤੋਂ ਹਾਂ, ਲੇਕਿਨ ਤੁਸੀਂ ਗੁਰਦੁਆਰਾ ਸਾਹਿਬ ਕਹਿ ਰਹੇ ਹੋ ਮੈਂ ਹੈ ਨਹੀਂ ਹੂੰ। ਤੁਸੀਂ ਵੀ ਤਾਂ ਸਰ ਕਹਿ ਰਹੇ ਹੋ ਮੈਂ ਚੰਡੀਗੜ੍ਹੋਂ ਬੋਲਦਾ। ਹਾਂਜੀ, ਫਿਰ ਚੈਨਲ ਚੰਡੀਗੜ੍ਹ ਦਾ ਹੈ ਨਾ ਜੀ। ਹਾਂਜੀ ਹਾਂਜੀ, ਪਰ ਤੁਸੀਂ ਕਹਿ ਰਹੇ ਹੋ ਮੈਂ ਗੁਰਦੁਆਰਾ ਸਾਹਿਬ ਹੈ ਨਹੀਂ, ਆਣਾ ਕਦੋਂ ਹੈ? ਮੈਂ ਚੰਡੀਗੜ੍ਹੋਂ ਬੋਲਦਾ ਜੀ। ਸਰ ਚੈਨਲ ਚੰਡੀਗੜ੍ਹ ਦੇ, ਚੰਡੀਗੜ੍ਹ ਹੀ ਕਹੂੰਗਾ ਨਾ ਜੀ, ਮੈਂ ਪੱਤਰਕਾਰ ਚੰਡੀਗੜ੍ਹ ਦਾ ਹਾਂ। ਚੰਡੀਗੜ੍ਹ ਤੋਂ ਕਹਿ ਰਹੇ ਸਾਰਾ, ਤੁਸੀਂ ਵੀ ਚੰਡੀਗੜ੍ਹ ਤੋਂ ਕਹਿ ਰਹੇ ਹੋ। ਹਾਂਜੀ, ਤੁਸੀਂ ਆਣਾ ਕਦੋਂ ਹੈ? ਮੈਂ ਆ ਜਾਣਾ, ਕੋਈ ਮੈਂ ਤੁਹਾਨੂੰ ਫੋਨ ਕਰ। ਹਾਂਜੀ ਹਾਂਜੀ ਸਰ, ਤੁਹਾਡੇ ਪਿੱਛੇ ਹੀ ਹਾਂ ਜੀ ਮੈਂ। ਤੁਸੀਂ ਸਰ ਝੂਠ ਕਾਹਨੂੰ ਬੋਲੀ ਜਾਂਦੇ ਹੋ ਕਿ ਮੈਂ ਹੈ ਨਹੀਂ ਇੱਥੇ? ਕਹਿ ਰਹੇ ਹੋ ਚੰਡੀਗੜ੍ਹ ਜੀ। ਮੈਂ ਪੱਤਰਕਾਰ ਚੰਡੀਗੜ੍ਹ ਦਾ, ਚੰਡੀਗੜ੍ਹ ਹੀ ਕਹੂੰਗਾ। ਤੁਸੀਂ ਤਾਂ ਸਰੇਆਮ ਮੂੰਹ ਤੇ ਸਾਹਮਣੇ ਝੂਠ ਕਹੀ ਜਾ ਰਹੇ ਹੋ। ਨਹੀਂ, ਤੁਸੀਂ ਕਿਹਾ ਜੀ ਸਾਰੇ ਵੀ ਮੈਂ ਚੰਡੀਗੜ੍ਹ। ਮੈਂ ਪੱਤਰਕਾਰ ਹਾਂ ਜੀ, ਮੈਂ ਚੰਡੀਗੜ੍ਹ ਤੋਂ ਹਾਂ, ਚੰਡੀਗੜ੍ਹ ਰਹਿਣਾ ਹੈ, ਚੰਡੀਗੜ੍ਹ ਆਫਿਸ ਹੈ। ਠੀਕ ਹੈ। ਤੇ ਮੈਂ ਤਾਂ ਖਬਰ ਕਰਨ ਆਇਆ ਸੀ, ਤੁਸੀਂ ਤਾਂ ਮੂੰਹ ਤੇ ਸਰੇਆਮ ਹੀ ਝੂਠ ਕਹੀ ਜਾਂਦੇ ਹੋ। ਨਹੀਂ ਠੀਕ ਹੈ। ਇਹ ਪੱਤਰਕਾਰਾਂ ਨੂੰ ਸਰ ਝੂਠ ਕਹਿਣ ਦਾ ਕੋਈ ਖਾਸ ਮਕਸਦ ਨਹੀਂ ਤਾਂ ਕੋਈ ਨਹੀਂ। ਅਸੀਂ ਤੁਹਾਡਾ ਪੱਖ ਲੈਣ ਵਾਸਤੇ ਫੋਨ ਕੀਤਾ ਸੀ। ਸਰ ਮੈਂ ਤਾਂ ਦੇਤਾ, ਪੱਖ ਦੇਤਾ ਜੀ। ਸਰ ਤੁਸੀਂ ਤਾਂ, ਮੈਂ ਤੁਹਾਨੂੰ ਪੁੱਛਿਆ, ਮੈਂ ਤਾਂ ਕੁਦਰਤੀ ਤੁਹਾਡੇ ਤੇ ਨਜ਼ਰ ਪੈ ਗਈ ਮੇਰੀ, ਮੈਂ ਤੁਹਾਨੂੰ ਪੁੱਛਿਆ ਕਿੱਥੇ ਹੋ, ਤੁਸੀਂ ਤਾਂ ਸਾਨੂੰ ਆਪਣੇ ਬਾਰੇ ਝੂਠ ਕਹਿ ਕੇ ਬਾਕੀ ਗੱਲਾਂ ਦਾ ਵਿਸ਼ਵਾਸ ਕੀ ਕਰੀ? ਮੈਂ ਤਾਂ ਕਿਹਾ ਵੀ ਮੈਂ ਇੱਥੇ ਹੀ ਹਾਂ ਗੁਰਦੁਆਰੇ। ਤੁਸੀਂ ਨਹੀਂ ਬੋਲਿਆ ਸਰ, ਰਿਕਾਰਡਿੰਗ ਹੈ ਸਾਰੀ ਸਾਰੀ। ਗੁਰਦੁਆਰੇ ਦੇ ਨੇੜੇ ਹੀ ਮੈਂ, ਬਾਹਰ ਹੈ ਕੰਮ। ਹਾਂ ਤੁਸੀਂ, ਫਿਰ ਤੁਸੀਂ ਤਾਂ ਗੁਰਦੁਆਰੇ ਦੇ ਅੰਦਰ ਖੜੇ ਹੋ। ਸਾਰੇ ਮੈਂ ਉੱਥੇ ਥੋੜੀ ਇੱਧਰ ਹੀ ਆਇਆ, ਮੈਂ ਸਾਈਡ ਤੇ ਆਪਣੀ ਗੱਲ ਕਰ ਰਿਹਾ ਤੁਹਾਡੇ ਨਾਲ ਜੀ। ਸਰ ਇਹ ਤਾਂ ਹੁਣ ਸਰਾਸਰ ਸਰ ਇਹਦਾ ਸਾਰੇ ਜਣੇ ਦੇਖਦੇ ਪਏ ਸਰ, ਇਹਦਾ ਸਾਰੇ ਜਣੇ ਲਾਈਵ ਦੇਖਦੇ ਪਏ ਆ ਵੀ ਨਿਰਮਲ ਸਿੰਘ ਜੀ ਨੇ। ਕਿੱਥੇ ਹੋ? ਮੈਂ ਉੱਧਰ ਥੋੜੀ ਸੀ, ਮੈਂ ਇੱਧਰ ਆ ਕੇ ਮੈਂ ਆਪਣੀ ਗੱਲ ਕਰ ਰਿਹਾ। ਮੈਂ ਤੁਹਾਨੂੰ ਕਹਿ ਰਿਹਾ ਮੈਂ ਸਾਈਡ ਤੇ ਆਇਆ ਹੋਇਆ, ਇਹੀ ਕਿਹਾ ਜੀ। ਅੱਛਾ ਸਰ, ਟਰਸਟ ਦਾ ਜਿਹੜਾ ਕੋਈ ਲੀਗਲ ਡਾਕੂਮੈਂਟ ਤੁਹਾਡੇ ਕੋਲ ਹੋਣਾ ਹੈ, ਕਦੋਂ ਬਣਿਆ ਹੈ, ਕਿਵੇਂ? ਵੀ ਦੇ ਦੇਵਾਂਗੇ ਜੀ, ਕਦੋਂ ਵੇਖਦੇ ਨੇ ਮੇਰੇ ਲੱਭ ਦਿਖਾ ਦਿਓ ਉਹਦਾ ਲੱਭਣ ਵਾਲੀ ਕੀ, ਉਹਦਾ ਮੇਨ ਚੀਜ਼ ਹੀ ਹੈ, ਉਹਦਾ ਨੀਂਹ ਪੱਥਰ ਹੈ ਜੀ। ਦੇ ਦੇਣੇ, ਅਸੀਂ ਕਾਪੀ ਦੇ ਦੇਣਾ, ਗੱਲ ਬਾਕੀ ਫਿਰ ਹੁਣ ਕੀ। ਦੇ ਦਿਓ, ਆ ਜਾਓ ਦੇ ਦਿਓ। ਮੈਂ ਕਿਹਾ ਚਲੋ ਮੈਂ ਆਉਣਾ ਜੀ, ਮੈਂ ਦੇ ਦਿੰਦੀ ਹਾਂ ਜੀ। ਸਰ ਤੁਹਾਡਾ ਦਫ਼ਤਰ ਹੈ, ਤੁਹਾਡੇ ਘਰੇ ਮੈਂ ਪਹਿਲਾਂ ਹੁਣ ਨਾ ਜਾਊਂਗਾ ਜੀ। ਮੈਂ ਹੁਣ ਕੋਈ ਗੱਲ ਕਰਨੀ ਆਇਆ ਨਾ, ਮੈਂ ਤੁਹਾਨੂੰ ਕਿਹਾ ਵੀ ਨਾ ਜਾਓ। ਨਹੀਂ, ਮੈਂ ਤੁਹਾਡੇ ਬਿਨਾਂ ਨਹੀਂ ਨਾ ਬੈਠੂੰਗਾ ਜੀ। ਮੈਂ ਵੇਟ ਕਰ ਲੈਣਾ। ਚਲੋ ਤੁਸੀਂ ਕਰੋ ਗੱਲ ਕਰੋ। ਹਾਂ ਕਰੋ ਗੱਲ ਕਰੋ, ਮੈਂ ਖੜਾ। ਨਿਰਮਲ ਸਿੰਘ ਜੀ ਨੇ ਇਹ ਹੁਣੇ ਤੁਸੀਂ ਸਾਰਿਆਂ ਨੇ ਸੁਣਿਆ, ਕਹਿੰਦੇ ਸੀ ਕਿ ਮੈਂ ਹੈ ਨਹੀਂ ਗੁਰਦੁਆਰਾ ਸਾਹਿਬ, ਤੇ ਅਸੀਂ ਇਹਨਾਂ ਦੇ ਪਿੱਛੇ ਪਿੱਛੇ ਸੀਗੇ, ਇਹਨਾਂ ਨੂੰ ਪਤਾ ਨਹੀਂ ਸੀ, ਤੇ ਚਲੋ ਮੌਕੇ ਤੇ ਫੜੇ ਗਏ। ਤੇ ਹੁਣ ਟਰਸਟ ਦੀ ਕਾਪੀ ਅਸੀਂ ਮੰਗ ਰਹੇ ਹਾਂ, ਤੇ ਟਰਸਟ ਦੇ ਸੰਵਿਧਾਨ ਦੀ ਕਾਪੀ ਬੇਸੀ ਲਊਂਗੀ। ਜਦੋਂ ਵੀ ਕੋਈ ਟਰਸਟ ਬਣਦਾ ਲੀਗਲੀ ਉਹਦਾ ਸੰਵਿਧਾਨ ਵੀ ਹੁੰਦਾ ਹੈ, ਇਹ ਕਨਸਟੀਟਿਊਸ਼ਨ ਹਰ ਇੱਕ ਟਰਸਟ ਦਾ ਬਣਾਇਆ ਜਾਂਦਾ ਹੈ। ਪਰ ਹੁਣ ਜਿਵੇਂ ਨਿਰਮਲ ਸਿੰਘ ਜੀ ਨੇ ਵੀ ਕਿਹਾ ਵੀ ਮੈਂ ਕਾਪੀ ਦੇ ਦਿੰਦਾ ਹੈ ਟਰਸਟ ਦੀ, ਤੇ ਵੇਟ ਕਰਦੇ ਹਾਂ ਦਿੰਦੇ ਨੇ ਕਿ ਨਹੀਂ ਦਿੰਦੇ। ਮੇਰੀ ਗੱਲ ਸੁਣੋ। ਹਾਂਜੀ ਇਹ ਸਾਡੇ ਡਾਕੂਮੈਂਟਸ ਪ੍ਰਸ਼ਾਸਨ ਨੂੰ ਦਿੱਤੇ ਹੋਏ ਨੇ ਸਰ। ਠੀਕ ਹੈ ਸਰ, ਉਹ ਤਾਂ ਪਬਲਿਕ ਡੋਮੇਨ 'ਚ ਹੀ ਹੈ ਨਾ ਸਰ, ਇਹ ਲੁਕਾਉਣ ਵਾਲੀ ਤਾਂ ਗੱਲ ਹੀ ਨਹੀਂ। ਆਪਾਂ ਉਹਨੂੰ ਦਿੱਤੇ ਹੋਏ ਨੇ ਪ੍ਰਸ਼ਾਸਨ ਨੇ। ਦੇਖੋ ਸਾਡਾ ਫਰਜ਼ ਹੈ ਤੁਹਾਡਾ ਪੱਖ ਲੈਣਾ। ਪਲੀਜ਼ ਨੈਗੇਟਿਵ ਜਾਣੀ ਤੁਹਾਡੀ ਗੱਲ, ਹੋਰ ਕੋਈ ਨਹੀਂ ਹੈ। ਮੈਂ ਤੁਹਾਡੇ ਵਾਸਤੇ ਕਹਿ ਰਿਹਾ ਸਰ। ਆਪਾਂ ਤੁਸੀਂ ਪਹਿਲਾਂ ਮੈਨੂੰ ਫੋਨ ਤੇ ਕਿਹਾ ਮੈਂ ਦੇ ਦੇਣਾ। ਹਾਂਜੀ, ਫਿਰ ਹੁਣ ਦੇਣ 'ਚ ਕੀ ਹਰਜ ਹੈ ਜੀ? ਉਹ ਸੰਵਿਧਾਨ ਦੀ ਕਾਪੀ ਕਹਿੰਦਾ ਦੇ ਦਿੰਦੇ ਆ। ਹਾਂ ਨਹੀਂ ਮਤਿਆਂ ਦੀ ਵੀ ਤੁਸੀਂ ਬੋਲਿਆ ਮੈਂ ਦੇ ਦੇਣਾ। ਮਤੇ ਦੀ ਹੁਣ ਮੈਨੂੰ ਗੱਲ ਉਹ ਦਿੱਤੀ ਤੇ ਪ੍ਰਸ਼ਾਸਨ ਦਿੱਤਾ ਹੋਇਆ ਜੀ ਉਹਨਾਂ ਨੂੰ ਵੀ ਦਿੱਤਾ ਹੋਇਆ ਇਨਕੁਆਇਰੀ ਦੇ ਵਿੱਚ, ਸਾਨੂੰ ਵੀ ਦੇਣ 'ਚ ਕੀ ਹਰਜ ਹੈ? ਪਲੀਜ਼ ਰਿਕਵੈਸਟ ਹੈ। ਧੱਕੇ ਨਾ ਮਾਰੋ ਸਰ, ਮੈਂ ਧੱਕੇ ਨਾ ਮਾਰੋ ਫਿਰ, ਧੱਕੇ ਨਾ ਮਾਰੋ ਸਰ। ਹੱਥ ਜੋੜਨ ਵਾਲੀ ਗੱਲ ਕੀ ਹੈ? ਪਹਿਲਾਂ ਤੁਸੀਂ ਸਰਿਆ ਮੈਨੂੰ ਝੂਠ ਕਹੀ ਗਏ ਸਰ। ਨਿਰਮਲ ਸਿੰਘ ਜੀ ਤੁਸੀਂ ਇੰਨੇ ਸਿਆਣੇ ਬੰਦੇ ਹੋ,
ਇੰਨੇ ਸਿਆਣੇ ਬੰਦੇ ਹੋ, ਪਹਿਲਾਂ ਤੁਸੀਂ ਫਿਰ ਮਨਾ ਹੀ ਕਰ ਦਿੰਦੇ ਮੈਂ ਦੇਣੀ ਨਹੀਂ ਮਤਿਆਂ ਦੀ ਕਾਪੀ। ਮੈਂ ਤੈਨੂੰ ਕਹਿ ਤੇ ਰਿਹਾ ਵੀ ਦਿਨੇ ਫਿਰ ਬਾਰ-ਬਾਰ ਇਹਨੂੰ ਮੇਰੇ ਮੂਹਰੇ ਤੂੰ ਲੈ ਰਿਹਾ, ਮੈਂ ਕਹਿ ਹੋਰ ਮੈਂ ਕੀ ਗੱਲ ਇਦਾਂ ਹੀ ਕਰੂੰਗਾ ਫਿਰ, ਮੈਂ ਹੋਰ ਕਿਵੇਂ ਕਰਾਂਗਾ ਸਰ? ਮੈਂ ਤਾਂ ਬੇਨਤੀ ਕਰ ਰਿਹਾ, ਤੁਸੀਂ ਪਹਿਲਾਂ ਕਿਹਾ ਮੈਂ ਦੇ ਦਿੰਦਾ ਮਤਿਆਂ ਦੀ ਕਾਪੀ। ਮੇਰੀ ਤਾਂ ਕੋਈ ਚੀਜ਼ ਨਹੀਂ ਹੈਗੀ, ਉਹ ਤੁਹਾਡੀ ਵੀ ਨਹੀਂ ਹੈਗੀ, ਟਰਸਟ ਦੀ ਹੈਗੀ ਹੈ, ਦੇ ਦਿਓ ਮੈਨੂੰ, ਮੈਂ ਦੇ ਦਿਓ ਮੈਨੂੰ, ਦੇ ਦਿਓ। ਮੈਂ ਕਦੋਂ ਦਊਂਗੇ? ਡਾਕ ਮੈਨੂੰ ਡਾਕ ਥੋੜ੍ਹਾ ਪਾਣੀ ਹੈ, ਮੈਂ ਖੜਾ ਇੱਥੇ, ਦੇ ਦਿਓ। ਤੁਸੀਂ 2 ਮਿੰਟ ਰੁਕ ਜਾਓ ਨਾ ਫਿਰ। ਮੈਂ ਰੁਕਿਆ ਹੋਇਆ, ਮੈਂ ਇੱਥੇ ਰੁਕਿਆ, ਮੈਂ ਖੜਾ ਹੀ ਠੀਕ ਹੈ ਸਰ, ਤੁਹਾਡੀ ਬੇਨਤੀ ਹੈ। ਇਹਨੂੰ ਚਲਾ ਲਾ ਫਿਰ ਜਾਂ ਤੇ ਫਿਰ ਮੇਰੀ ਗੱਲ ਸੁਣ, ਕੀ ਹੈ ਇਹ ਤੇ ਕੀ ਮੇਰੇ ਨਾਲ ਉਹ ਗੱਲ ਹੀ ਸੁਣ ਰਿਹਾ, ਉਹ ਮੇਰੇ ਨਾਲ ਮੈਂ ਕਾਦੀ ਜਾਤੀ ਸਰ, ਕਾਦੀ ਜਾਤੀ ਤੁਹਾਡੇ ਨਾਲ ਦੱਸੋ? ਤੁਸੀਂ ਕੋਈ ਜਾਤੀ ਸਾਡੇ ਨਾਲ ਕੋਈ ਉਹ ਕਾਦੀ ਜਾਤੀ ਸਰ, ਹੱਥ ਜੋੜਦਾ ਮੈਂ। ਤੁਹਾਡਾ ਜਾਤੀ ਕੋਈ ਮਫਾਦ ਹੈ ਤਾਂ ਦੱਸੋ। ਉਹ ਮੇਰਾ ਕਾਦਾ, ਮੈਂ ਤਾਂ ਪੱਖ ਨਾ ਲਵਾਂ ਤੁਹਾਡਾ? ਮੈਨੂੰ ਕੀ ਮਤਲਬ ਬਲੈਕਮੇਲ ਕਰਨ ਵਾਸਤੇ ਮੈਨੂੰ ਇਹ ਕਰ? ਕਾਦਾ ਬਲੈਕਮੇਲ? ਫਿਰ ਮੈਂ ਕਹਿ ਰਿਹਾ ਨਹੀਂ ਕਾਦਾ ਬਲੈਕਮੇਲ? ਤੁਸੀਂ ਸਾਨੂੰ ਬਲੈਕਮੇਲ ਕਰ ਰਹੇ ਹੋ, ਸਾਨੂੰ ਬਲੈਕਮੇਲ ਕਰ ਰਹੇ ਹੋ, ਧੱਕੇ ਮਾਰ ਰਹੇ ਹੋ। ਪਹਿਲਾਂ ਫੋਨ ਤੇ ਤੁਸੀਂ ਕਹਿ ਰਹੇ ਹੋ ਸਾਨੂੰ ਸਰ, ਆਪਣੀ ਘੱਟੋ ਘੱਟ ਤੁਸੀਂ ਮੜੀ ਜੀ ਆਪਣੀ ਜ਼ੁਬਾਨ ਦੀ ਤਾਂ ਤੁਸੀਂ ਉਹ ਰੱਖੋ ਸਰ। ਉਹ ਮੈਂ ਤਾਂ ਕਹਿ ਰਿਹਾ ਦਿਨ ਨਾਲ ਹਾਂ ਦੇ ਦਿਓ ਫਿਰ, ਮੈਂ ਵੇਟ ਕਰ ਰਿਹਾ, ਦੇ ਦਿਓ। ਮੈਂ ਤਾਂ ਤੁਹਾਨੂੰ ਕਿਹਾ 2 ਮਿੰਟ ਬੈਠ। ਮੈਂ ਬੈਠਾ, ਮੈਂ ਖੜਾ ਹੀ ਠੀਕ ਹੈ ਸਰ। ਮੈਂ ਪਰ ਇਹਦੇ ਨਾਲ ਕੀ ਹੋਣਾ ਜੀ ਮੈਨੂੰ? ਉਹ ਮੈਂ ਖੜਾ ਹਾਂ, ਮੈਂ ਤਾਂ ਕੁਝ ਵੀ ਨਹੀਂ ਕਹਿ ਰਿਹਾ ਤੁਹਾਨੂੰ, ਤੁਸੀਂ ਦੇ ਦਿਓ ਮੈਨੂੰ ਮਤਿਆਂ ਦੀ ਕਾਪੀ, ਦੇ ਦਿਓ। ਮੈਂ ਖੜਾ 2 ਮਿੰਟ ਵੇਟ ਕਰ ਲੈਣਾ, ਮੈਂ ਵੇਟ ਕਰਨ ਨੂੰ ਕਿਹਾ ਨਾ ਤੁਸੀਂ, ਮੈਂ ਵੇਟ ਕਰ ਲੈਣਾ। ਕਿਆ ਕੈਮਰਾ ਬੰਦ ਕਰਾਵਾਂ? ਇਹ ਮੈਂ ਨਹੀਂ, ਇਹਦਾ ਕੋਈ ਨਹੀਂ, ਇਹਦਾ ਕੋਈ ਮੈਂ ਨਹੀਂ। ਤੈਨੂੰ ਕਿਹਾ ਵੀ ਮੈਂ ਉੱਧਰ ਆਇਆ, ਮੈਂ ਆ ਕੇ ਤੁਹਾਨੂੰ ਚਲੋ ਉਹ ਛੱਡੋ, ਤੁਸੀਂ ਮਤੇ ਦੀ ਦੇ ਦਿਓ। ਮਤਾ ਨਹੀਂ ਜਿਹੜਾ ਤੁਹਾਨੂੰ ਸੰਵਿਧਾਨ ਦੀ ਕਾਪੀ ਹੈਗੀ ਉਹਦੇ ਸੰਵਿਧਾਨ ਤੁਸੀਂ ਮਤੇ ਦੀ ਪਹਿਲਾਂ ਬੋਲੀ ਸਾਨੂੰ, ਫਿਰ ਸਾਨੂੰ ਐਂ ਕਰੋ, ਮਨਾ ਕਰ ਦਿਓ ਵੀ ਅਸੀਂ ਮਤੇ ਦੀ ਨਹੀਂ ਦੇਣੀ, ਔਨ ਕਰੀਏ ਯਾਰ, ਅਸੀਂ ਇੱਕ ਪਾਸੇ ਹੋ ਜੀ ਨਾ ਸਰ, ਫਿਰ ਗੱਲ ਖਤਮ ਹੈ। ਤੁਸੀਂ ਪਹਿਲਾਂ ਹਾਂ ਕਰਤੀ, ਮੈਂ ਉੱਥੇ ਵੀ ਝੂਠਾ ਪਾਊਂਗਾ ਜੀ ਰਿਕਾਰਡਿੰਗ ਦੇ ਵਿੱਚ। ਨਿਰਮਲ ਸਿੰਘ ਜੀ ਸਾਡੇ ਨਾਲ ਹੀ ਨੇ ਇਸ ਵੇਲੇ, ਪਹਿਲਾਂ ਇਹਨਾਂ ਨੇ ਕਿਹਾ ਮਤਿਆਂ ਦੀ ਕਾਪੀ ਮੈਂ ਦਿੰਦਾ ਹਾਂ ਸਰ, ਹੁਣ ਮਨਾ ਕਰ ਸਰ, ਮਤੇ ਦੀ ਕਾਪੀ ਨਹੀਂ ਦੇਣੀ, ਮਨਾ ਕਰ ਦਿਓ, ਨਹੀਂ ਦੇਣੀ, ਇੱਕ ਪਾਸੇ ਕਰ ਦਿਓ ਮੈਨੂੰ, ਹਾਂ ਕਰ ਦਿਓ ਜਾਂ ਨਾ ਕਰ ਦਿਓ ਸਰ, ਐ ਨਾ ਕਰੋ ਸਰ। ਅੱਛਾ ਬੀਜੇਪੀ ਕਦੋਂ ਜੁਆਇਨ ਕੀਤੀ ਤੁਸੀਂ ਸਰ? ਨਿਰਮਲ ਸਿੰਘ ਜੀ ਬੀਜੇਪੀ ਤੁਸੀਂ ਕਦੋਂ ਜੁਆਇਨ ਕੀਤੀ ਹੈ? ਇਹਦੇ ਨਾਲ ਬੀਜੇਪੀ ਦਾ ਕੀ ਲੈਣਾ ਦੇਣਾ? ਮੈਂ ਵੈਸੇ ਹੀ ਪੁੱਛ ਰਿਹਾ ਜੀ, ਅਦਰਵਾਈਜ਼ ਪੁੱਛ ਰਿਹਾ। ਤੁਸੀਂ ਸਿਆਸੀ ਬੰਦੇ ਹੋ, ਮੈਂ ਤਾਂ ਪੁੱਛ ਰਿਹਾ ਤੁਹਾਨੂੰ। ਉਹਦੇ ਤੋਂ ਡਿਬੇਟ ਹੋਊ, ਉਹਦੇ ਤੋਂ ਕਰਿਓ ਗੱਲ। ਇਹਦੇ ਮੈਂ ਨਾਲ ਵੈਸੇ ਹੀ ਪੁੱਛ ਰਿਹਾ, ਤੁਸੀਂ ਬੀਜੇਪੀ ਜੁਆਇਨ ਕਦੋਂ ਕੀਤੀ? ਟਰਸਟ ਨਾਲ ਕੋਈ ਲੈਣਾ ਦੇਣਾ ਨਹੀਂ। ਪੋਲੀਟੀਕਲ ਬੰਦਾ ਟਰਸਟ ਦੀ ਚੇਅਰਮੈਨਸ਼ਿਪ ਲੈ ਸਕਦਾ ਹੈ? ਹਾਂਜੀ ਪੋਲੀਟੀਕਲ ਬੰਦਾ ਟਰਸਟ ਦੀ ਚੇਅਰਮੈਨਸ਼ਿਪ ਲੈ ਸਕਦਾ ਹੈ? ਮੈਂ ਕਿਹਾ ਇਹ ਸਾਡਾ ਭਾਈਚਾਰੇ ਦਾ ਟਰਸਟ ਹੈ ਜੀ। ਸਰ ਮੈਂ ਮੰਨ ਗਿਆ, ਇਹਦੇ ਇਸ ਬਾਬਤ ਟਰਸਟ ਤੇ ਸੰਵਿਧਾਨ 'ਚ ਲਿਖਿਆ ਹੈ ਵੀ ਸਿਆਸੀ ਬੰਦਾ ਕੋਈ ਲੈ ਸਕਦਾ। ਮੈਂ ਤਾਂ ਨਾਰਮਲ ਸਵਾਲ ਪੁੱਛ ਰਿਹਾ। ਭਾਈਚਾਰੇ ਦਾ ਜੀ ਇਹ ਭਾਈਚਾਰੇ ਦਾ। ਮੈਂ ਤੁਹਾਡੀ ਗੱਲ ਮੰਨ ਗਿਆ, ਪਰ ਸਿਆਸੀ ਬੰਦਾ ਲੈ ਸਕਦਾ, ਮੈਂ ਇਹ ਪੁੱਛ ਰਿਹਾ। ਪਲੀਜ਼ ਯਾਰ ਪਲੀਜ਼ ਮੇਰੇ ਹੱਥ ਮੈਂ ਨਹੀਂ ਸਮਝਾ ਫਿਰ, ਹੱਥ ਜੋੜ ਨਹੀਂ ਸਮਝਾ ਫਿਰ ਮੈਂ। ਪਲੀਜ਼। ਚਲੋ ਨਿਰਮਲ ਸਿੰਘ ਜੀ ਨੇ ਇਹ ਸਰ ਹੱਥ ਜੋੜਨ ਦੀ ਗੱਲ ਹੀ ਨਹੀਂ, ਅਸੀਂ ਛੋਟੇ, ਮੈਂ ਤੁਹਾਡੇ ਗੋਡਿਆਂ ਨੂੰ ਹੱਥ ਲਾ ਦੇਣਾ ਜੀ। ਹੋਰ ਬੋਲੋ, ਹੋਰ ਬੋਲੋ, ਐ ਨਾ ਕਰੋ ਤੁਸੀਂ, ਘਰ ਆਇਆ ਬੰਦਿਆਂ ਨੂੰ ਤੁਸੀਂ ਹਾਂ ਕਰਕੇ ਨਾ ਕਰ ਰਹੇ ਹੋ। ਇਹ ਨਿਰਮਲ ਸਿੰਘ ਜੀ ਨੇ ਬਾਬਾ ਮੋਤੀ ਰਾਮ ਜੀ ਟਰਸਟ ਦੇ ਚੇਅਰਮੈਨ ਨੇ, ਬੀਜੇਪੀ ਦੇ ਆਗੂ ਵੀ ਨੇ, ਉਸ ਬਾਰੇ ਵੀ ਕੁਝ ਕਹਿਣ ਨੂੰ ਤਿਆਰ ਨਹੀਂ। ਟਰਸਟ ਦੀ ਕਾਪੀ ਵੀ ਨਹੀਂ ਦੇਣੀ ਸਰ ਤੁਸੀਂ, ਟਰਸਟ ਦੀ ਕਾਪੀ ਵੀ ਨਹੀਂ ਦੇਣੀ। ਟਰਸਟ ਦੀ ਕਾਪੀ ਨਾ, ਟਰਸਟ ਦੀ ਕਾਪੀ ਦੇ ਰਹੇ ਨੇ, ਨਾ ਮਤਿਆਂ ਦੀ ਕਾਪੀ ਦੇ ਰਹੇ ਨੇ। ਅਸੀਂ ਸਿਰਫ ਪੱਖ ਲੈਣ ਆਏ ਸੀ, ਹੋਰ ਕੋਈ ਸਾਡਾ ਉਹ ਮਤਲਬ, ਕਿਉਂਕਿ ਜੇ ਪੱਖ ਨਾਲ ਉਹ ਇਹਨਾਂ ਨੇ ਫੇਰ ਕਹਿਣਾ ਸੀ ਕੱਲ ਪੱਖ ਨਹੀਂ ਲਿਆ, ਇਸ ਕਰਕੇ ਅਸੀਂ ਪੱਖ ਲੈਣ ਆਏ ਸੀ। ਇਹ ਸਾਰਾ ਸੀਗਾ ਨਿਰਮਲ ਸਿੰਘ ਜੀ ਦੀ ਗੱਲਬਾਤ। ਤਾਂ ਇਹ ਸੀ ਸਾਰੀ ਗੱਲਬਾਤ ਕਹਿ ਲਓ ਯਾਰ, ਡਰਾਮਾ ਜੋ ਉੱਥੇ ਹੋਇਆ ਹੈ। ਤੇ ਨਿਰਮਲ ਸਿੰਘ ਜੀ ਹੋਣਾ ਦਾ ਝੂਠ ਵੀ ਕੈਮਰੇ ਤੇ ਹੀ ਫੜਿਆ ਗਿਆ, ਨਹੀਂ ਤਾਂ ਉਹਨਾਂ ਨੇ ਅੱਗੇ ਪਿੱਛੇ ਕਹਿਣਾ ਸੀ ਬਈ ਇਹ ਐਵੇਂ ਹੀ ਬੋਲਦੇ ਆ। ਪਰ ਹੁਣ ਦਰਸ਼ਕਾਂ ਨੇ, ਸੰਗਤਾਂ ਨੇ ਵੀ ਦੇਖ ਲਿਆ ਕਿ ਨਿਰਮਲ ਸਿੰਘ ਜੀ ਕਿੰਨੇ ਕੁ ਸੱਚੇ ਨੇ, ਕਿੰਨੇ ਕੁ ਝੂਠੇ ਨੇ, ਸਿਰਫ ਸਾਡੇ ਸਵਾਲ ਜਵਾਬ ਦੇ ਵਿੱਚ। ਬਾਕੀ ਉਹ ਅੰਦਰੂਨੀ ਜਾਂ ਫਿਰ ਉਹਨਾਂ ਦੀ ਜ਼ਮੀਰ ਕਿੰਨੀ ਕੁ ਸੱਚੀ ਹੈ, ਇਹ ਤਾਂ ਉਹ ਜਾਣਦੇ ਨੇ ਜਾਂ ਰੱਬ ਜਾਣਦਾ ਹੈ, ਪਰਮਾਤਮਾ ਜਾਣਦਾ ਹੈ। ਪਰ ਸਤਨਾਮ ਜੀ ਪਹਿਲਾਂ ਤਾਂ ਉਹ ਕਹਿੰਦੇ ਮੈਂ ਹੈ ਹੀ ਨਹੀਂ, ਉਹ ਕੁਦਰਤੀ ਮੈਨੂੰ ਉੱਥੇ ਦਿਖ ਗਏ, ਮੈਂ ਪਿੱਛੇ ਤੁਰਿਆ ਹੋਇਆ ਹੈ, ਤੇ ਉਹ ਅੱਗੇ ਤੁਰੇ ਹੋਏ ਨੇ, ਤਾਂ ਵੀ ਕਹੀ ਯਾਰ ਮੈਂ ਹੈ ਨਹੀਂ ਇੱਥੇ। ਤੇ ਫਿਰ ਚਲੋ ਮੈਂ ਸਾਹਮਣੇ ਆ ਹੀ ਗਿਆ। ਸੰਵਿਧਾਨ ਦੀ ਕਾਪੀ ਦੇਣ ਦੀ ਗੱਲ ਕਹਿ ਰਹੇ ਸੀਗੇ, ਉਹ ਦੇ ਦੇਣਾ। ਮਤਿਆਂ ਦੀ ਵੀ ਕਹਿ ਰਹੇ ਸੀ, ਮੈਂ ਮਤੇ ਵੀ ਤੁਹਾਨੂੰ ਦੇ ਦੇਣਾ। ਨਾ ਤਾਂ ਸੰਵਿਧਾਨ ਦੀ ਉਹਨੇ ਕੋਈ ਕਾਪੀ ਦਿੱਤੀ ਹੈ, ਨਾ ਮਤਿਆਂ ਦੀ ਕਾਪੀ ਦੇਣ ਨੂੰ ਤਿਆਰ ਨੇ। ਦੇਖੋ ਜੀ, ਇਹ ਜਿਹਦੇ ਮਨ 'ਚ ਪਾਪ ਹੁੰਦਾ, ਚੋਰ ਹੁੰਦਾ, ਉਹਨੇ ਬੜੀ ਵੈਲ ਪਲਾਨ ਤਰੀਕੇ ਨਾਲ ਇੱਥੇ ਟਰਸਟ ਤੇ ਕਬਜ਼ਾ ਕੀਤਾ। ਪਹਿਲੇ ਚੁਣਿਆ ਗਿਆ, ਬਾਅਦ 'ਚ ਕਬਜ਼ਾ ਕੀਤਾ, ਬਾਅਦ 'ਚ ਉਹਨਾਂ ਠੱਗੀਆਂ ਮਾਰੀ ਟਰਸਟ ਨਾਲ, ਜ਼ਮੀਨਾਂ 'ਚ ਘਪਲੇ ਤੇ ਗੋਲਕਾਂ 'ਚ ਘਪਲੇ ਕੀਤੇ, ਤੇ ਪੂਰੀ ਤਰ੍ਹਾਂ ਘਪਲੇਬਾਜ਼ ਇਹ ਹੈਗੇ ਆ। ਬਾਅਦ 'ਚ ਫਿਰ ਆਪਣੇ ਆਪ ਨੂੰ ਬਚਾਉਣ ਵਾਸਤੇ ਬੀਜੇਪੀ ਦੇ ਵਿੱਚ, ਭਾਰਤੀ ਜਨਤਾ ਪਾਰਟੀ ਦੀ ਜੁਆਇਨ ਕਰਕੇ। ਤੇ ਮੈਂ ਇਹ ਵੀ ਸਵਾਲ ਕੀਤਾ, ਮੈਂ ਕਿਹਾ ਕੀ ਤੁਸੀਂ ਬੀਜੇਪੀ ਜੁਆਇਨ ਕੀਤੀ? ਉਹਨਾਂ ਨੇ ਜਵਾਬ ਨਹੀਂ ਦਿੱਤਾ। ਮੈਂ ਫਿਰ ਇਹ ਪੁੱਛਿਆ ਕਿ ਸਿਆਸੀ ਬੰਦਾ ਇਸ ਟਰਸਟ ਦੀ ਚੇਅਰਮੈਨਸ਼ਿਪ ਦਾ ਅਹੁਦਾ ਲੈ ਸਕਦਾ ਹੈ? ਉਹਨਾਂ ਨੇ ਬੋਲਿਆ ਨਹੀਂ ਕੁਝ। ਹਾਂ, ਇਹ ਬੀਜੇਪੀ ਤਾਂ ਹੁਣੇ ਗਏ ਨਾ, ਮਹੀਨਾ ਕੁ ਪਹਿਲੇ ਤਾਂ ਸੇਵਾਦਾਰ ਬਣ ਗਿਆ। ਨੈਤਿਕਤਾ ਦੇ ਹਿਸਾਬ ਨਾਲ ਤਾਂ ਫਿਰ ਜੇ ਟਰਸਟ ਦੇ ਸੰਵਿਧਾਨ ਦੇ ਹਿਸਾਬ ਨਾਲ ਨਹੀਂ ਲੈ ਸਕਦਾ ਚੇਅਰਮੈਨਸ਼ਿਪ ਉਹ ਬੰਦਾ ਜੋ ਸਿਆਸੀ ਦਲ ਨਾਲ ਜੁੜਿਆ ਹੋਇਆ ਹੈ, ਫਿਰ ਛੱਡ ਦੇਣੀ ਚਾਹੀਦੀ ਸੀ। ਦੇਖੋ, ਇਹ ਸਾਡੀ ਸੰਸਥਾ ਤੇ ਹਮਲਾ ਹੈ। ਬੀਜੇਪੀ ਨੂੰ ਆਰਐਸਐਸ ਨਾਲ ਜੋੜਿਆ ਜਾਂਦਾ। ਆਰਐਸਐਸ ਤੇ ਸਿੱਖਾਂ ਦੀ ਆਪਸ ਦੇ ਦੂਰੀ ਹੈਗੀ ਹੈ। ਉਹ ਜਿਹੜੀ ਪਾੜ ਪਾਣ ਦੀ ਨੀਤੀ ਹੈ, ਪਾੜੋ ਤੇ ਰਾਜ ਕਰੋ ਦੀ, ਆਰਐਸਐਸ ਵਾਲਿਆਂ ਦੀ, ਤੇ ਉਹਦੀ ਯੋਜਨਾ ਦੀ ਨਹੀਂ ਇਸ ਸਾਡੀ ਸੰਸਥਾ ਤੇ ਕਬਜ਼ਾ ਬੀਜੇਪੀ ਨੇ ਕੀਤਾ।
ਨਿਰਮਲ ਸਿੰਘ ਜਿਹੜਾ ਬੀਜੇਪੀ ਦਾ ਮੈਂਬਰ ਤਾਂ ਹੀ ਬਣਿਆ ਇਸ ਹੋ ਸਕਦਾ ਕਿ ਬੀਜੇਪੀ ਨੂੰ ਪਤਾ ਹੀ ਨਾ ਹੋਵੇ, ਇਹ ਸਿਰਫ ਸ਼ੈਲਟਰ ਲੈਣ ਦੇ ਮਾਰੇ ਇਹਨਾਂ ਨੇ ਜੁਆਇਨ ਕਰ ਲਈ ਹੋਵੇ। ਇਹ ਗੱਲਾਂ ਮੀਡੀਆ 'ਚ ਵੀ ਆ ਰਹੀਆਂ ਹੁਣ। ਬੇ ਮੈਨੂੰ ਚਲੋ ਮੈਂ ਪਾਰਟੀ ਨਾਲ ਜੁੜਾ, ਹੋ ਸਕਦਾ ਪਾਰਟੀ ਬਚਾ ਲਵੇ ਜੀ ਨਹੀਂ ਦੇਖੋ ਇਦਾਂ, ਹੁਣ ਜਿਹੜੀ ਐਸਐਸਪੀ ਸਾਹਿਬ ਨੂੰ ਕੰਪਲੇਂਟ ਗਈ ਹੋਈ ਹੈ, ਪਰਚਾ ਦਰਜ ਹੋਣਾ ਬਣਦਾ, ਇਨਕੁਆਇਰੀ ਕੰਪਲੀਟ ਹੈ। ਬੀਜੇਪੀ 'ਚ ਇਸ ਲਈ ਗਿਆ ਕਿ ਪਰਚਾ ਦਰਜ ਨਾ ਹੋਵੇ, ਔਰ ਇਹ ਮੇਰੇ ਕੋਲ ਪੱਕੀ ਜਾਣਕਾਰੀ ਹੈ, ਜੇ ਤੁਸੀਂ ਅਫਸਰਾਂ ਨੂੰ ਪੁੱਛੋਗੇ ਨਹੀਂ ਵਿਚਾਰੇ ਡਿਊਟੀ 'ਚ ਨਹੀਂ ਬੋਲ ਸਕਦੇ। ਬੀਜੇਪੀ ਦੇ ਸੀਨੀਅਰ ਨੇਤਾਵਾਂ ਦਾ ਐਸਐਸਪੀ ਸਾਹਿਬ ਨੂੰ ਫੋਨ ਆ ਰਿਹਾ, ਦਿੱਲੀ ਦੇ ਮੰਤਰੀਆਂ ਤੱਕ ਦਾ ਦਬਾਅ ਇੱਥੇ ਹੈਗਾ, ਇਸੇ ਕਰਕੇ ਐਫਆਈਆਰ ਥੋੜੀ ਲਟਕ ਗਈ ਹੈ। ਸੋ ਇਹ ਖਤਰੇ ਦੀ ਘੰਟੀ ਹੈ ਕਿ ਸਾਡੀ ਸੰਸਥਾਵਾਂ ਤੇ ਕਬਜ਼ਾ ਹੋ ਰਿਹਾ ਤੇ ਬੀਜੇਪੀ ਦੇ ਨੇਤਾ ਸਪੋਰਟ ਕਰ ਰਹੇ, ਪ੍ਰਸ਼ਾਸਨ ਦੇ ਪ੍ਰੈਸ਼ਰ ਪਾ ਰਹੇ ਆ। ਅਸੀਂ ਮੰਗ ਕਰਦੇ ਹਾਂ ਤੁਹਾਡੇ ਰਾਹੀਂ ਕਿ ਐਸਐਸਪੀ ਸਾਹਿਬ ਇਹ ਠੱਗ ਆ ਬੰਦਾ, ਸਬੂਤ ਤੁਹਾਡੇ ਕੋਲ ਆ ਗਏ, ਇਨਕੁਆਇਰੀ ਕੰਪਲੀਟ ਹੈ, ਪਰਚਾ ਦਰਜ ਕਰੋ। ਸੰਗਤ ਤੋਂ ਮੰਗ ਕਰਦੇ ਆ, ਇਸ ਸੰਸਥਾ ਤੇ ਇਸ ਗੰਦੇ ਬੰਦੇ ਨੇ ਕਬਜ਼ਾ ਕੀਤਾ ਹੋਇਆ। ਹੁਣ ਸ਼ਹੀਦੀ ਜੋੜ ਮੇਲ ਆ ਗਿਆ, ਅਸੀਂ ਨਹੀਂ ਰੌਲਾ ਪਾ ਰਹੇ, ਅਸੀਂ ਆਪਣੀ ਇੱਜ਼ਤ ਬਚਾ ਰਹੇ ਹਾਂ ਕਿ ਸਾਹਿਬਜ਼ਾਦਿਆਂ ਦੀ ਜਿਹੜੀ ਕੁਰਬਾਨੀ ਹੈ, ਬਾਬਾ ਮੋਤੀ ਰਾਮ ਜੀ ਦੀ ਕੁਰਬਾਨੀ ਹੈ, ਉਹ ਮਿੱਟੀ 'ਚ ਨਾ ਮਤਲਬ ਇਹ ਲੋਕ ਉਛਾਲਣ। ਇਸ ਕਰਕੇ ਅਸੀਂ ਸ਼ਾਂਤ ਹੈਗੇ ਆ, ਪ੍ਰਸ਼ਾਸਨ ਤੇ ਸੰਗਤ ਦੇਖੇ ਵੀ ਇਹ ਤਾਂ ਕਰਨਾ ਕੀ ਹੈ। ਜੀ ਬਲਵੀਰ ਜੀ, ਉਹਨਾਂ ਨੇ ਮਤਿਆਂ ਦੀ ਕਾਪੀ ਦੇਣ ਤੋਂ ਮਨਾ ਕਰ ਦਿੱਤਾ। ਪਹਿਲਾਂ ਕਹਿ ਰਹੇ ਸੀ ਮਤੇ ਮੈਂ ਦੇ ਦਾਂਗਾ, ਫਿਰ ਮਤਿਆਂ ਦੀ ਕਾਪੀ ਦੇਣ ਤੋਂ ਮਨਾ ਕੀਤਾ, ਕਹਿੰਦੇ ਜੀ ਪੁਲਿਸ ਇਨਵੈਸਟੀਗੇਸ਼ਨ ਚੱਲਦੀ ਪਈ ਹੈ, ਅਸੀਂ ਉੱਥੇ ਦਿੱਤੇ ਹੋਏ ਨੇ। ਫਿਰ ਜੇ ਦਿੱਤੇ ਹੋਏ ਨੇ, ਸੰਗਤ ਨੂੰ ਕੀ ਇਹ ਦਿਖਾ ਨਹੀਂ ਸਕਦੇ ਮਤੇ ਪਾਈ ਕੀ ਸੀ, ਕਦੋਂ ਪਾਏ ਸੀ? ਮਤੇ ਤਾਂ ਇਸ ਤਰ੍ਹਾਂ ਜੀ ਕਿ ਇਹਨਾਂ 13 ਮੈਂਬਰ ਹੁੰਦੇ ਆ ਜੀ, ਐਗਜ਼ੈਕਟਿਵ ਬੋਡੀ ਦੇ ਮੈਂਬਰ 13 ਹੈਗੇ ਆ। ਜਿਹੜੀ ਜ਼ਮੀਨ ਖਰੀਦੀ ਉਹ 6 ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਜ਼ਮੀਨ ਕਿੱਥੇ ਖਰੀਦੀ ਹੈ, ਨਾ ਉਹਨੂੰ ਪਤਾ ਕਿੱਥੋਂ ਕਦੋਂ ਖਰੀਦੀ ਆ। ਤੇ ਜਿਹੜੇ ਮਤੇ ਵਾਲੀ ਗੱਲ ਆ, ਜਦੋਂ ਅਸੀਂ ਰੌਲਾ ਪਾਇਆ ਇਸ ਗੱਲ ਦਾ ਉੱਤੇ ਵੀ ਤੁਸੀਂ ਤਾਂ ਮਤਾ ਹੀ ਨਹੀਂ ਪਾਇਆ ਜ਼ਮੀਨ ਖਰੀਦਣ ਵਾਸਤੇ, ਫਿਰ ਇਹਨਾਂ ਨੇ ਕੀ ਕੀਤਾ ਹੈ, ਉਹ ਜਿਹੜਾ ਰਜਿਸਟਰ ਆ ਉਹਦੇ ਵਿੱਚ 3 ਪੇਜ ਖਾਲੀ ਰੱਖੇ ਸੀ, ਜਦ ਕਿ ਜਦੋਂ ਰਜਿਸਟਰੀ ਆ ਗਈ ਆ ਉਹ 8/7 ਨੂੰ ਹੋਈ ਆ। ਪਤਾ ਕਦੋਂ ਦਾ? ਪਤਾ 4/7 ਨੂੰ ਪਾਇਆ। ਫਿਰ ਠੀਕ ਹੈ ਨਾ, 4 ਦਿਨ ਪਹਿਲਾਂ ਪਾਤਾ। 4 ਦਿਨ ਨੂੰ ਪਾਇਆ, ਲੇਕਿਨ ਜਿਹੜਾ ਐਗਰੀਮੈਂਟ ਕੀਤਾ ਜੀ ਉਹ ਇਹਨਾਂ ਨੇ ਤੀਜੇ ਮਹੀਨੇ ਕੀਤਾ। ਮਤਾ ਤਾਂ ਐਗਰੀਮੈਂਟ ਤੋਂ ਪਹਿਲੇ ਹੁੰਦਾ ਜੀ, ਮਤਲਬ ਕਿ 4 ਮਹੀਨੇ ਪਹਿਲਾਂ ਹੀ ਉਹਨਾਂ ਨੇ ਬਿਆਨਾ ਕਰ ਲਿਆ। 4 ਮਹੀਨੇ ਪਹਿਲੇ ਬਿਆਨਾ ਕੀਤਾ ਜੀ। ਮਤਾ ਤਾਂ ਬਿਆਨੇ ਤੋਂ ਪਹਿਲੇ ਹੋਣਾ ਚਾਹੀਦਾ। ਇਹ ਰਜਿਸਟਰੀ ਤੋਂ ਚੌਥੇ ਦਿਨ ਪਹਿਲੇ ਕਰ ਰਿਹਾ, ਉਹ ਸਿਰਫ ਸਾਡੇ ਦਬਾਅ ਕਰਕੇ ਪਾ ਰਿਹਾ। ਉਹਨਾਂ ਨੇ ਖਾਨਾ ਪੂਰਤੀ ਕੀਤੀ। ਉਦੋਂ ਬਾਅਦ ਜਦੋਂ ਮੈਂ ਉੱਥੇ ਜਾ ਕੇ ਚੈੱਕ ਕੀਤਾ, ਮੈਂ ਰਜਿਸਟਰ ਦੇਖਿਆ, ਉਹਦੇ ਪੇਜ 2 ਅਜੇ ਹੋਰ ਖਾਲੀ ਸੀਗੇ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੇ ਹੈਗੇ ਇਹ ਕਿਸ ਤਰ੍ਹਾਂ ਖਾਲੀ ਰੱਖਿਆ, ਇਹਦੇ 'ਤੇ ਕੈਂਸਲ ਲਿਖੋ। ਉਹ ਮੈਂ ਆਪਣੇ ਆਪ ਉਹਨਾਂ ਦੇ ਕੋਲੋਂ ਕੈਂਸਲ ਕਰਵਾਏ ਜੀ, ਜਿਹੜੇ ਪੇਜ ਹੈਗੇ ਆ, ਉਹ ਪ੍ਰੂਫ ਹੈ ਜੀ ਉਹਨਾਂ ਦੇ ਰਿਕਾਰਡ ਦੇ ਵਿੱਚ। ਸੋ ਇਸ ਕਰਕੇ ਉਹ ਮਤਿਆਂ ਦੀ ਕਾਪੀ ਤਾਂ ਨਹੀਂ ਦਿੰਦਾ ਕਿ ਉਹ ਇਹਦੀ ਕਮਜ਼ੋਰ ਕੜੀ ਆ, ਉਹ ਵੀ ਜਿਹੜੀ ਹੈਗੀ ਆ, ਮਤੇ ਵੀ ਕਮਜ਼ੋਰ ਕੜੀ ਆ। ਮਤੇ ਪਾਉਣ ਵਾਸਤੇ ਮਤੇ ਤਾਂ ਜੀ ਪੈਂਦੇ ਹੈਗੇ ਜਦੋਂ ਸਾਡੇ ਜਿਹੜਾ ਚੇਅਰਮੈਨ ਆ ਉਹ 20,000 ਰੁਪਇਆ ਵੀ 10,000 ਰੁਪਇਆ ਵੀ ਆਪਣੇ ਕੋਲ ਕੈਸ਼ ਨਹੀਂ ਰੱਖ ਸਕਦਾ। ਜਦੋਂ ਵੀ ਉਹਨੂੰ ਜ਼ਰੂਰਤ ਪੈਂਦੀ ਹੈ ਨਾ ਪੈਸੇ ਦੀ, ਜਦੋਂ ਤਨਖਾਹਾਂ ਦੇਣੀਆਂ ਜਾਂ ਹੋਰ ਕੋਈ ਖਰਚੇ ਹੈਗੇ ਆ, ਲੱਕੜ ਬਿਜਲੀ ਦਾ ਸਮਾਨ ਖਰੀਦਣਾ, ਕੁਝ ਵੀ ਖਰੀਦਣਾ, ਉਹ ਫਿਰ ਇੱਕ ਮਤਾ ਪਾਉਂਦਾ ਵੀ ਸਾਡਾ 20,000 ਦਾ 40,000 ਦਾ ਖਰਚਾ ਜੀ। ਔਰ ਉਹਦੇ ਖਰਚੇ ਦੇ ਵਿੱਚ ਜਿੰਨਾ ਵੀ ਹੈਗਾ ਉਹ ਫਿਰ ਚੈੱਕ ਕੱਟਦਾ ਜੀ, ਉਹਦਾ ਮਤਾ ਪਾ ਕੇ ਚੈੱਕ ਕੱਟਦੇ ਆ। ਹਰ ਮਹੀਨੇ ਜਿਹੜਾ ਇਹਨਾਂ ਦੀ ਮੀਟਿੰਗ ਹੁੰਦੀ ਆ, ਉਹ ਮੀਟਿੰਗ ਦੇ ਵਿੱਚ ਤੈਅ ਹੁੰਦਾ ਵੀ ਕਿੰਨਾ ਖਰਚਾ ਪਏਗਾ, ਉਹ ਫਿਰ ਉਹ ਮਤਾ ਪਾ ਕੇ ਚੈੱਕ ਕੱਟਦੇ ਆ। ਲੇਕਿਨ ਇਸ ਬੰਦੇ ਨੇ ਕੀ ਕੀਤਾ, ਕਦੀ ਵੀ ਇਹਨੇ ਮਤਾ ਪਾਇਆ ਹੀ ਨਹੀਂ। ਔਰ ਇੱਕ ਤਾਂ ਹੱਦ ਉਹ ਕੀਤੀ ਕਿ ਇੱਕੇ ਦਿਨ ਦੇ ਵਿੱਚ 22.5 ਲੱਖ ਇੱਕ ਤੇ 2.5 ਲੱਖ ਇੱਕ, 25 ਲੱਖ ਰੁਪਇਆ ਕੈਸ਼ ਇਹਨਾਂ ਨੇ ਕਢਾ ਲਿਆ ਜੀ। ਔਰ ਉਹ ਕੈਸ਼ ਕਢਾ ਕੇ ਕਿੱਥੇ ਗਿਆ ਉਹ ਕਿਸੇ ਨੂੰ ਪਤਾ ਹੀ ਨਹੀਂ। ਨਗਦ ਪੈਸੇ ਕਢਾ ਲਏ ਜੀ, ਉਹਦਾ ਵੀ ਕੋਈ ਮਤਾ ਨਹੀਂ ਪਾਇਆ। ਸੋ ਇਸ ਤਰ੍ਹਾਂ ਮਤੇ ਤਾਂ ਇਹਨਾਂ ਨੇ ਜਿਹੜੀਆਂ ਗੋਲਕਾਂ ਜਿਹੜੀਆਂ ਹੈਗੀਆਂ ਜੀ, ਗੋਲਕੇ ਆਪ ਕਹਿੰਦੇ ਸਾਡੀ ਜਿਹੜੀ 48 ਲੱਖ ਦੀ ਹੋਈ ਆ ਜੀ ਸਾਲ ਦੀ, ਤੇ ਉਹ 48 ਲੱਖ ਰੁਪਈਆ ਜਿਹੜਾ ਬੈਂਕ ਜਮ੍ਹਾਂ ਹੀ ਨਹੀਂ ਹੋਇਆ, ਉਹ ਬੈਂਕ ਦੇ ਰਿਕਾਰਡ 'ਚ ਹੀ ਨਹੀਂ ਹੈ। ਇਹ ਕਿਵੇਂ ਕਹਿੰਦੇ ਨੇ, ਜ਼ੁਬਾਨੀ ਤੌਰ ਤੇ ਕਹਿੰਦੇ ਨੇ, ਲਿਖਤੀ ਰੂਪ 'ਚ ਇਹਨਾਂ ਨੇ ਕਿਹਾ ਬੈਠਾ? ਇਹਨਾਂ ਨੇ ਆਪਣੇ ਜਿਹੜਾ ਐਨੂਅਲ ਰਿਪੋਰਟਾਂ ਪੇਸ਼ ਕੀਤੀਆਂ ਉਹਦੇ ਵਿੱਚ ਇਹਨਾਂ ਨੇ ਲਿਖਿਆ। ਉਹਦੀ ਕਾਪੀ ਹੈਗੀ ਤੁਹਾਡੇ ਕੋਲ? ਹਾਂਜੀ ਮੇਰੇ ਕੋਲ ਹੈਗੀ ਕਾਪੀ, ਮੈਂ ਤੁਹਾਨੂੰ ਦੇ ਦਾਂਗਾ ਜੀ। ਤੇ ਬੈਂਕ ਵਿੱਚ ਜਮ੍ਹਾਂ ਨਹੀਂ ਕਰਾਈ, ਇਸ ਦਾ ਕੀ ਪ੍ਰੂਫ ਹੈ? ਇਹਦਾ ਪ੍ਰੂਫ ਉੱਥੇ ਤਾਂ ਪੈਸੇ ਜਿਹੜੇ ਜਿਵੇਂ 4 ਲੱਖ ਰੁਪਏ ਆਏ, ਉੱਥੇ 2.5 ਲੱਖ ਰੁਪਏ ਜਮ੍ਹਾਂ ਹੁੰਦਾ ਜੀ। ਅਸੀਂ ਸਾਰੀਆਂ ਬੈਂਕ ਦੀਆਂ ਸਟੇਟਮੈਂਟਾਂ ਦੇਖੀਆਂ, ਉਹ ਪੁਲਿਸ ਦੇ ਕੋਲ ਪਈਆਂ ਸਾਰੀ। ਵੀ ਤੁਹਾਡੇ ਕੋਲ ਹੈਗੀ ਹੈ ਮਤਲਬ? ਹਾਂਜੀ ਹਾਂ, ਉਹ ਬੈਂਕ ਸਟੇਟਮੈਂਟਾਂ ਸਾਰੀਆਂ ਪੁਲਿਸ ਦੇ ਕੋਲ ਵੀ ਹੈਗੀਆਂ ਜੀ। ਅਸੀਂ ਉਹਨਾਂ ਨੂੰ ਦੱਸਿਆ ਵੇਖੋ ਜਿਹਦੇ 'ਚ ਪੈਸੇ ਹੈ ਹੀ ਨਹੀਂ, ਜਮ੍ਹਾਂ ਹੀ ਨਹੀਂ ਹੋਏ ਦੇ। ਤੇ ਇਸ ਤਰ੍ਹਾਂ ਕਰਕੇ ਉਹ ਜਿਹੜੇ ਨੇ ਪੈਸੇ ਜਿਹੜੇ ਆ, ਫਿਰ ਜਿਹੜੇ ਜਿਵੇਂ ਅੱਜ 2 ਤਰੀਕ ਨੂੰ ਇਹਨਾਂ ਨੇ ਬੈਂਕ ਖੋਲੀ, ਉਹ ਪੈਸੇ ਜਮ੍ਹਾਂ ਜਾ ਕੇ 15 ਨੂੰ 18 ਨੂੰ ਹੁੰਦੇ ਜਾ ਕੇ ਬੈਂਕ ਜਮ੍ਹਾਂ ਹੁੰਦੇ ਆ। ਇੰਨੇ ਦਿਨ ਪੈਸੇ ਕਿਸ ਤਰ੍ਹਾਂ ਕਰਦੇ ਆ? ਫਿਰ ਇੱਕ ਇਹਨਾਂ ਦਾ ਹੋਰ ਬੜਾ ਵੱਡਾ ਜੀ ਹੈਗਾ ਫਰਾਡ ਹੈਗਾ ਜੀ। ਉਹ ਫਰਾਡ ਕੀ ਆ ਕਿ ਇਹ ਆਉਂਦੇ ਆ, ਇਹ ਇੱਕ ਗੈਂਗ ਬਣੀ ਆ ਜੀ। ਇਹ ਗੈਂਗ ਜਿਹੜੀ ਇੱਥੇ ਕਾਬਜ ਇੱਥੇ ਵੀ ਹੋਈ ਦੀ ਹੈ, ਇਹ ਟਰੱਸਟ ਦੇ ਇੱਥੇ ਗੁਰਦੁਆਰਾ ਸਾਹਿਬ ਵੀ ਇਹੀ ਉੱਥੇ ਜਾ ਕੇ ਉੱਥੇ ਇੱਕ ਸਕੂਲ ਖੋਲ੍ਹਿਆ ਦਾ ਇਹਨਾਂ ਨੇ, ਉਹ ਬਾਬਾ ਮੋਤੀ ਰਾਮ ਮਹਿਰੇ ਨਾਂ ਦਾ, ਲੁਧਿਆਣੇ ਦੇ ਵਿੱਚ। ਉਹਦੇ 'ਤੇ ਵੀ ਇਹ ਕਾਬਜ ਹੈਗੇ ਆ। ਇਹੀ ਉੱਥੇ ਬਾਡੀ ਹੈਗੀ ਆ, ਉਹੀ ਇੱਥੇ ਹੈ, ਉਹੀ ਉੱਥੇ ਕੰਮ ਕਰ ਰਿਹਾ, ਉੱਥੇ ਇਹ ਕਰ ਰਿਹਾ। ਉੱਥੇ ਵੀ ਕੋਈ ਸਾਡੇ ਸਮਾਜ ਦਾ ਬੱਚਾ ਇੱਕ ਨਹੀਂ ਜਿਹਨੂੰ ਇਹਨਾਂ ਨੇ ਕਿਤੇ ਫ੍ਰੀ ਪੜ੍ਹਾਇਆ ਹੋਵੇ। ਲੇਕਿਨ ਉੱਥੇ ਨਾ ਉੱਥੇ ਕੋਈ ਇਲੈਕਸ਼ਨ ਹੁੰਦੀ ਆ, ਆਪੇ ਹੀ ਇਹ ਸਾਰੇ ਉੱਥੇ ਕਰੀ ਜਾਂਦੇ, ਕਾਲੇ ਮਾਲੇ ਕਰੀ ਜਾਂਦੇ ਆ। ਉਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਕੀ ਕੀਤਾ ਕਿ ਇੱਕ ਕਰੋਨਾ ਦੇ ਟਾਈਮ ਕਹਿੰਦੇ 2 ਲੱਖ ਰੁਪਇਆ ਸਾਨੂੰ ਲੋਨ ਚਾਹੀਦਾ ਉਹ ਸਕੂਲ ਵਾਸਤੇ। ਅਸੀਂ ਉੱਥੇ ਮੀਟਿੰਗ ਦੇ ਵਿੱਚ ਬੈਠੇ, ਮੈਂ ਕਿਹਾ ਵੀ ਲੋਨ ਤਾਂ ਟਰੱਸਟ ਦੇ ਨਹੀਂ ਸਕਦਾ, ਸਾਡਾ ਸੰਵਿਧਾਨ ਕੋਈ ਨਹੀਂ ਕਹਿੰਦਾ ਲੋਨ ਦੇਵਾਂਗੇ।
ਤੇ ਇਹ ਕਹਿੰਦੇ ਜੇ ਤੁਸੀਂ ਨਹੀਂ ਦੇਣਾ ਨਾ ਦਿਓ, ਸਾਡਾ ਕੋਰਮ ਪੂਰਾ ਹੈ, ਅਸੀਂ ਆਹ ਲੈ ਲਿਆ ਆਪਣਾ। ਇਹ 6 ਬੰਦਿਆਂ ਨੇ ਸਾਈਨ ਕਰਕੇ 2 ਲੱਖ ਰੁਪਇਆ ਲੈ ਗਏ। ਔਰ ਉਹ ਜਿਹੜਾ ਹੁਣ ਇਹਨਾਂ ਨੇ 2 ਸਾਲ ਬਾਅਦ ਜਮ੍ਹਾਂ ਕਰਾਇਆ ਉਹਦਾ ਨਾਲ ਨਾ ਕੋਈ ਵਿਆਜ ਦਿੱਤਾ। ਜੇ ਇਹਨਾਂ ਨੇ ਲੋਨ ਲਿਆ ਉਹਦੇ ਨਾਲ ਵਿਆਜ ਹੁੰਦਾ, ਉਹ ਨਾ ਕੋਈ ਵਿਆਜ ਆ ਨਾ ਕੋਈ ਕੀਤਾ। ਲੋਨ ਗੋਲਕ ਚੋਂ ਲਿਆ? ਗੋਲਕ ਚੋਂ ਲੋਨ ਲਿਆ ਜੀ। ਮਤਲਬ ਹੈਰਾਨੀ ਇਸ ਗੱਲ ਦੀ ਹੈ, ਗੋਲਕ ਦੇ ਵਿੱਚੋਂ ਲੋਨ ਵੀ ਲਿਆ ਗਿਆ ਹੈ। ਨਾਲੇ ਜਿਵੇਂ ਬਲਬੀਰ ਸਿੰਘ ਚੰਡੀਗੜ੍ਹ ਜੀ ਉਹਨਾਂ ਵੱਲੋਂ ਇਲਜ਼ਾਮ ਵੀ ਲਗਾਏ ਗਏ ਨੇ ਕਿ ਰਜਿਸਟਰੀ ਜਦੋਂ ਹੋਈ ਹੈ ਉਸ ਤੋਂ 4 ਦਿਨ ਪਹਿਲਾਂ ਮਤਾ ਸ਼ੋਅ ਕੀਤਾ ਗਿਆ, ਪਰ ਮਤਾ ਐਕਚੁਅਲ ਦੇ ਵਿੱਚ ਪੈਣਾ ਚਾਹੀਦਾ ਸੀ। ਅਸਲ 'ਚ ਮਤਾ ਜਦੋਂ ਬਿਆਨਾ ਹੋਇਆ ਉਸ ਤੋਂ ਪਹਿਲਾਂ ਕੀ ਕਮੇਟੀ ਜਿਹੜੀ ਬਣਾਈ ਗਈ ਸੀ 13 ਮੈਂਬਰੀ, ਕੀ ਉਸ ਦੀ ਸਹਿਮਤੀ ਦੇ ਨਾਲ ਜ਼ਮੀਨ ਦਾ ਸੌਦਾ ਕੀਤਾ ਗਿਆ, ਬਿਆਨਾ ਕੀਤਾ ਗਿਆ, ਇਹ ਉਸ ਤੋਂ ਪਹਿਲਾਂ ਚਾਹੀਦਾ ਸੀ। ਖੈਰ ਇਲਜ਼ਾਮ ਬਹੁਤ ਵੱਡੇ ਨੇ। ਹੁਣ ਜਿਹੜੇ ਇਲਜ਼ਾਮ ਨੇ ਉਹ ਸ਼ਿਕਾਇਤ ਦਾ ਰੂਪ ਲੈ ਕੇ ਮਾਣਯੋਗ ਐਸਐਸਪੀ ਸਾਹਿਬ ਤੱਕ ਪਹੁੰਚੇ ਸੀ। ਡੀਐਸਪੀ ਸਾਹਿਬ ਇਸ ਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਨੇ, ਡੀਐਸਪੀ ਫਤਿਹਗੜ੍ਹ ਸਾਹਿਬ, ਤੇ ਅਸੀਂ ਉਹਨਾਂ ਨੂੰ ਫੋਨ ਵੀ ਕੀਤਾ ਸੀ, ਉਹਨਾਂ ਨੇ ਫੋਨ ਨਹੀਂ ਚੁੱਕਿਆ। ਖੈਰ ਦੋਨੋਂ ਪੱਖ ਸਾਹਮਣੇ ਨੇ, ਪਰ ਜਿਸ ਤਰੀਕੇ ਦੇ ਨਾਲ ਹਿੰਦੂ ਸਿੱਖ ਏਕਤਾ ਭਾਈਚਾਰਾ ਆਪਸੀ ਪਿਆਰ ਦੀ ਇੱਕ ਮਿਸਾਲ ਹੈ, ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਤੇ ਉਹਨਾਂ ਦਾ ਇਹ ਟਰਸਟ, ਕੀ ਇਸ ਟਰਸਟ ਦੇ ਵਿੱਚ ਬ੍ਰੀਚ ਆਫ ਟਰਸਟ ਹੋ ਰਿਹਾ ਹੈ? ਇਹ ਪੁਲਿਸ ਦੇਖੇ, ਪੁਲਿਸ ਫੈਸਲਾ ਕਰੇ ਤੇ ਸੰਗਤ ਵੀ ਜ਼ਰੂਰ ਨਜ਼ਰ ਰੱਖੇ, ਕਿਉਂਕਿ ਸੰਗਤ ਦੇ ਕਿਰਤ ਕਮਾਈ ਦੇ ਵਿੱਚੋਂ, ਸੰਗਤ ਦੇ ਦਸਵੰਧ ਦੇ ਵਿੱਚੋਂ ਇਹ ਟਰਸਟ ਚੱਲਦਾ ਹੈ। ਨਾਲੇ ਇਹ ਟਰਸਟ ਕੀ ਫਰਮ ਤੇ ਸੁਸਾਇਟੀ ਦੇ ਅਧੀਨ ਇਸ ਨੂੰ ਰਜਿਸਟਰ ਕਰਵਾਇਆ ਗਿਆ ਜਾਂ ਫਿਰ ਇਹ ਟਰਸਟ ਐਕਟ ਦੇ ਅਧੀਨ ਇਹ ਰਜਿਸਟਰਡ ਹੋਇਆ ਹੈ? ਇਹ ਵੀ ਬੜਾ ਵੱਡਾ ਸਵਾਲ ਹੈ, ਕਿਉਂਕਿ ਜੇ ਤਾਂ ਟਰਸਟ ਐਕਟ ਦੇ ਅਧੀਨ ਹੋਇਆ ਤਾਂ ਸੰਵਿਧਾਨ ਹੋਣਾ ਲਾਜ਼ਮੀ ਹੈ, ਪਰ ਜੇ ਸੁਸਾਇਟੀ ਦੇ ਅਧੀਨ ਹੋਇਆ ਹੈ ਤਾਂ ਫਿਰ ਕਿਹੜੇ ਸੰਵਿਧਾਨ ਦੀਆਂ ਗੱਲਾਂ ਨਿਰਮਲ ਸਿੰਘ ਜੀ ਕਰ ਰਹੇ ਨੇ? ਤੇ ਕਹਿ ਕੇ ਵੀ ਆਪਣੀ ਜ਼ੁਬਾਨ ਤੋਂ ਕਹਿ ਕੇ ਵੀ ਨਿਰਮਲ ਸਿੰਘ ਜੀ ਜ਼ੁਬਾਨ ਤੋਂ ਮੁੱਕਰੇ ਕਿਉਂ? ਨਾ ਤਾਂ ਸੰਵਿਧਾਨ ਦੀ ਕਾਪੀ ਦਿੱਤੀ ਗਈ, ਨਾ ਹੀ ਮਤਿਆਂ ਦੀ ਕਾਪੀ ਦਿੱਤੀ ਗਈ ਹੈ। ਦੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਬਲਬੀਰ ਸਿੰਘ ਚੰਡੀਗੜ੍ਹ ਤੇ ਸਤਨਾਮ ਸਿੰਘ ਦਾਊ ਹੋਣਾ ਦੀ ਸ਼ਿਕਾਇਤ ਤੇ ਕੀ ਕੁਝ ਕਾਰਵਾਈ ਕਰੇਗੀ। ਤੇ ਦੂਜੇ ਪਾਸੇ ਸੰਗਤ ਨੂੰ ਅਪੀਲ ਹੈ ਕਿ ਤੁਸੀਂ ਵੀ ਨਜ਼ਰ ਜ਼ਰੂਰ ਰੱਖੋ, ਕਿਤੇ ਗੁਰੂ ਦੀ ਗੋਲਕ ਤੇ ਕੋਈ ਮਾੜੀ ਨਜ਼ਰ ਨਾ ਹੋਵੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਸ਼੍ਰੀ ਫਤਿਹਗੜ੍ਹ ਸਾਹਿਬ।